ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਹੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। 40 ਸਿੰਘ ਨਹੀਂ ਤਬ ਲਿਖਿਓ ਅਪਰ ਸਭਨ ਲਿਖ ਦੀਨਸ ਪਿਖਿਓ। ਰਹਿਓ ਬੀਜ ਉਰ ਗੁਰੂ ਵਿਚਾਰਾ ਵਧੈ ਪੰਥ ਪੁਨ ਮੋਹਿ ਉਦਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀਆਂ ਦੇ ਕੋਲ ਕੁਝ ਸਿੰਘਾਂ ਨੇ, ਮਾਤਾ ਗੁਜਰੀ ਜੀਆਂ ਨੇ, ਸਾਰਿਆਂ ਨੇ ਇਹ ਸਲਾਹ ਕਰਕੇ ਬਚਨ ਕੀਤਾ ਹੈ ਕਿਲ੍ਹਾ ਛੱਡ ਦੇਣਾ ਚਾਹੀਦਾ ਹੈ। ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਦੀ ਰਜਾਮੰਦੀ ਲਈ ਹੈ। ਸਾਰਿਆਂ ਨੇ ਰਜਾਮੰਦੀ ਦਿੱਤੀ ਹੈ। 40 ਸਿੱਖ ਉਹ ਨੇ ਜਿਨ੍ਹਾਂ ਨੇ ਮਹਾਰਾਜ ਜੀ ਨੂੰ ਆਖਿਆ ਸਤਿਗੁਰੂ ਅਸੀਂ ਤੁਹਾਡੇ ਹੁਕਮ ਦੇ ਵਿੱਚ ਹਾਂ, ਸਾਡੀ ਕੋਈ ਮਰਜ਼ੀ ਨਹੀਂ ਹੈ। ਬਾਕੀ ਸਾਰੇ ਸਿੰਘਾਂ ਨੇ ਜਾਣ ਵਾਸਤੇ ਇਹ ਲਿਖਤ ਕਰ ਦਿੱਤੀ ਹੈ। ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕਰਿਆ ਹੈ। ਅੱਗੇ ਜਿਵੇਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। 40 ਸਿੰਘ ਨਹੀਂ ਤਬ ਲਿਖਿਓ। ਬਾਕੀ ਦੇ ਸਿੰਘ ਤੇ ਇਹ ਬਚਨ ਕਰਦੇ ਪਏ, ਲਿਖਤ ਦਿੰਦੇ ਪਏ ਨੇ ਕਿਲ੍ਹਾ ਛੱਡ ਕੇ ਜਾਣ ਵਾਸਤੇ। ਉਹਨਾਂ ਵਿੱਚੋਂ 40 ਸਿੰਘ ਉਹ ਨੇ ਜਿਨ੍ਹਾਂ ਵਿੱਚ 5 ਪਿਆਰੇ ਨੇ, 5 ਮੁਕਤੇ ਨੇ, 33 ਸਿੰਘ ਗਿਣਤੀ ਦੇ ਹੋਰ ਨੇ। ਕੁੱਲ ਮਿਲਾ ਕੇ 40 ਸਿੰਘਾਂ ਨੇ ਕਿਸੇ ਤਰ੍ਹਾਂ ਦੀ ਕੋਈ ਲਿਖਤ ਨਹੀਂ ਕੀਤੀ ਹੈ, ਕੋਈ ਬਚਨ ਨਹੀਂ ਆਖਿਆ ਹੈ। ਅਪਰ ਸਭਨ ਲਿਖ ਦੀਨਸ ਪਿਖਿਓ। ਇਹਨਾਂ 40 ਤੋਂ ਬਿਨਾਂ ਬਾਕੀ ਸਾਰਿਆਂ ਦੀ ਸਹਿਮਤੀ ਹੈ ਵੀ ਇਹ ਕਿਲ੍ਹਾ ਛੱਡਣਾ ਚਾਹੀਦਾ ਔਰ ਜਾਣਾ ਚਾਹੀਦਾ ਹੈ। ਸਤਿਗੁਰਾਂ ਨੇ ਵੇਖ ਲਿਆ ਵੀ ਸਾਰੇ ਸਿੰਘਾਂ ਦੀ ਸਲਾਹ, ਪੰਚਾਇਤ ਦਾ ਫੈਸਲਾ ਹੋ ਗਿਆ। ਬਚਨ ਇਹ ਸੀ ਵੀ ਸਲਾਹ ਕਰ ਲਓ ਕਿਹੜੇ ਕਿਹੜੇ ਪਾਸੇ ਨੇ। ਜਿਸ ਪਾਸੇ ਦੀ ਗਿਣਤੀ ਵਧੇਗੀ ਉਹ ਫੈਸਲਾ ਮੰਨਿਆ ਜਾਏਗਾ। ਹੁਣ ਇੱਕ ਪਾਸੇ ਕੇਵਲ 40 ਸਿੰਘ ਰਹਿ ਗਏ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੁਕਮ ਦੇ ਅੰਦਰ।
ਰਜਾ ਦੇ ਵਿੱਚ ਨੇ। ਬਾਕੀ ਸਾਰਿਆਂ ਨੇ ਜਾਣ ਦੀ ਸਲਾਹ ਕੀਤੀ ਹੈ। ਮਹਾਰਾਜ ਜੀਆਂ ਨੇ ਵੇਖ ਕੇ ਰਹਿਓ ਬੀਜ ਔਰ ਗੁਰੂ ਵਿਚਾਰਾ। ਸਤਿਗੁਰੂ ਜੀ ਹਿਰਦੇ ਵਿੱਚ ਵਿਚਾਰਦੇ ਇਹਨਾਂ ਨੇ ਸਿੱਖੀ ਦਾ ਬੀ ਰੱਖ ਲਿਆ ਹੈ। 40 ਸਿੰਘਾਂ ਨੇ ਸਹਿਮਤੀ ਦਿੱਤੀ ਨਾ ਮਹਾਰਾਜ ਹੁਕਮ ਦੇ ਵਿੱਚ ਹੀ ਆ, ਜਿਵੇਂ ਆਪ ਕਰੋਗੇ ਉਵੇਂ ਹੀ ਠੀਕ ਹੈ। ਪਾਤਸ਼ਾਹ ਜਾਣਦੇ ਵੀ ਇਹਨਾਂ ਨੇ ਸਿੱਖੀ ਦਾ ਬੀਜ ਰੱਖਿਆ ਹੈ। ਵਧੈ ਪੰਥ ਪੁਨ ਮੋਹਿ ਉਦਾਰਾ। ਇਹ ਸਾਡਾ ਪੰਥ ਵਧੇਗਾ, ਅੱਗੇ ਤੋਂ ਅੱਗੇ ਇਹ ਪੰਥ ਵਧਣਾ ਹੈ, ਕਦੇ ਘਟੇਗਾ ਨਹੀਂ, ਕਦੇ ਮੁੱਕੇਗਾ ਨਹੀਂ। ਇਹ ਮਹਾਰਾਜ ਜਾਣਦੇ ਹਨ। ਓਏ ਸਾਬਤ ਰਣ ਜੂਝੈ ਜੋਈ। ਸਤਿਗੁਰੂ ਜਾਣਦੇ ਇਹ ਰਣ ਦੇ ਵਿੱਚ ਜੰਗ ਮੈਦਾਨ ਦੇ ਵਿੱਚ ਜੂਝਣਗੇ। ਜਿਨ੍ਹਾਂ 40 ਨੇ ਇਹ ਬਚਨ ਕੀਤਾ ਨਾ ਪਾਤਸ਼ਾਹ ਅਸੀਂ ਤੁਹਾਡੇ ਹੁਕਮ ਦੇ ਅੰਦਰ ਹੀ ਹਾਂ। ਪਾਤਸ਼ਾਹ ਜਾਣ ਗਏ 40 ਦੇ 40 ਰਣ ਦੇ ਵਿੱਚ ਜੂਝਣਗੇ, ਜੰਗੇ ਮੈਦਾਨ ਵਿੱਚ ਸ਼ਹਾਦਤਾਂ ਪ੍ਰਾਪਤ ਕਰਨਗੇ, ਵੈਰੀ ਨੂੰ ਮਾਰ ਕੇ ਉਹਨਾਂ ਦਾ ਸਫਾਇਆ ਕਰ ਦੇਣਗੇ। ਇਹ ਮਹਾਰਾਜ ਸਾਹਿਬ ਜੀ ਜਾਣਦੇ ਵੀ ਇਹਨਾਂ 40 ਸਿੱਖਾਂ ਦੀ ਬੜੀ ਭਾਰੀ ਕੁਰਬਾਨੀ ਹੋਣੀ ਹੈ। ਆਪਣੀ ਰਾਜ ਭੋਗ ਹੈ ਸੋਈ। ਇਹਨਾਂ ਨੂੰ ਅਸੀਂ ਰਾਜ ਭਾਗ ਬਖਸ਼ਿਸ਼ ਕਰਾਂਗੇ। ਸਮਾਂ ਆਉਣ ਤੇ ਜਿਹੜੇ ਸਹਿਕਾਮੀ ਹੋਣਗੇ, ਕਾਮਨਾ ਰੱਖ ਕੇ ਜਿਹੜੇ ਲੜਦੇ ਪਏ, ਉਹਨਾਂ ਨੂੰ ਰਾਜ ਬਖਸ਼ਿਸ਼ ਕਰਾਂਗੇ। ਜਿਹੜੇ ਨਿਸ਼ਕਾਮ ਹੋ ਕੇ ਲੜਦੇ ਪਏ ਉਹਨਾਂ ਨੂੰ ਮੁਕਤੀ ਬਖਸ਼ਿਸ਼ ਕਰਾਂਗੇ। ਇਸ ਤਰ੍ਹਾਂ ਪਾਤਸ਼ਾਹ ਜੀ ਇਹਨਾਂ ਨੂੰ ਦਾਤਾਂ ਦੇਣ ਵਾਸਤੇ ਵਿਚਾਰਦੇ ਹਨ। ਕਾਗਦ ਲਿਖਿਓ ਜੇਬ ਲੈ ਡਾਰਾ। ਸੋ ਗੁਰਮੁਖੋ ਭਾਈ ਸੰਤੋਖ ਸਿੰਘ ਜੀਆਂ ਨੇ ਜਿਹੜਾ ਇਤਿਹਾਸ ਲਿਖਿਆ ਨਾ, ਇਹਦੇ ਵਿੱਚ ਇਹ ਬਚਨ ਲਿਖਦੇ ਵੀ ਉਹਨਾਂ ਸਿੱਖਾਂ ਨੇ ਬਦਾਵਾ ਲਿਖਿਆ। ਔਰ ਇਸੇ ਗ੍ਰੰਥ ਤੋਂ ਇਹ ਸਾਖੀ ਜਿਹੜੀ ਹੈ ਪ੍ਰਚਲਿਤ ਹੋਈ ਹੈ ਵੀ ਮਹਾਰਾਜ ਨੇ ਉਹ ਕਾਗਜ਼ ਲਿਖ ਕੇ ਆਪਣੀ ਜੇਬ ਦੇ ਵਿੱਚ ਪਾ ਲਿਆ ਹੈ। ਬਹੁਰ ਵਕੀਲਨ ਪਾਸ ਹਕਾਰਾ। ਸਤਿਗੁਰੂ ਪਾਤਸ਼ਾਹ ਨੇ ਸਿੱਖਾਂ ਦੀ ਸਹਿਮਤੀ ਪਹਿਲਾਂ ਲਈ ਹੈ। ਫਿਰ ਮਹਾਰਾਜ ਜੀਆਂ ਦੇ ਕੋਲ ਜਿਹੜੇ ਵਜ਼ੀਰ ਆਏ ਸਨ ਚਿੱਠੀਆਂ ਲੈ ਕੇ, ਔਰੰਗਜ਼ੇਬ ਦੀ ਸਹੁੰ ਲੈ ਕੇ, ਪਹਾੜੀ ਰਾਜਿਆਂ ਦੀ ਸਹੁੰ ਲੈ ਕੇ, ਸਤਿਗੁਰਾਂ ਨੇ ਪਹਿਲਾਂ ਖਾਲਸੇ ਦਾ ਨਿਰਣਾ ਜਾਣਿਆ ਵੀ ਖਾਲਸਾ ਕੀ ਚਾਹੁੰਦਾ ਹੈ। ਖਾਲਸੇ ਦਾ ਨਿਰਣਾ ਵੇਖ ਕੇ ਹੁਣ ਮਹਾਰਾਜ ਦੇ ਉਹ ਜਿਹੜੇ ਵਕੀਲ ਆਏ ਸਨ ਵਜ਼ੀਰ, ਪਹਾੜੀ ਰਾਜੇ ਔਰ ਔਰੰਗਜ਼ੇਬ ਦੇ ਵੱਲੋਂ, ਸਤਿਗੁਰਾਂ ਨੇ ਉਹ ਆਪਣੇ ਕੋਲ ਬੁਲਾਏ। ਕਹਿਣ ਲੱਗੇ ਵੀ ਲਿਆਓ ਭਾਈ, ਜਿਹੜੇ ਵਜ਼ੀਰ ਵਕੀਲ ਆਏ ਨੇ ਉਹਨਾਂ ਨੂੰ ਸਾਡੇ ਕੋਲ ਬੁਲਾਉਣਾ ਕਰੋ। ਸਭ ਕੀ ਆਨ ਕਰੀ ਲਿਖ ਜੋਈ। ਉਸ ਵੇਲੇ ਉਹ ਸਾਰੇ ਵਕੀਲ ਆ ਗਏ। ਮਹਾਰਾਜ ਕਹਿੰਦੇ ਲਿਆਓ ਭਾਈ, ਸਾਰਿਆਂ ਦੀ ਸਹੁੰ ਵਿਖਾਓ। ਤੇ ਉਸ ਵੇਲੇ ਜਿਹੜੇ ਵਕੀਲ ਆਏ ਨਾ, ਬ੍ਰਾਹਮਣ ਆਇਆ ਹੈ, ਆਟੇ ਦੀ ਗਊ ਬਣਾ ਕੇ ਨਾਲ ਥਾਲੀ ਵਿੱਚ ਇੱਕ ਛੁਰੀ ਰੱਖੀ ਹੋਈ ਹੈ ਕਿ ਮਹਾਰਾਜ ਜੇ ਅਸੀਂ ਤੁਹਾਡੇ ਨਾਲ ਦਗਾ ਕਰੀਏ ਤੇ ਆਪਣੇ ਹੱਥਾਂ ਨਾਲ ਗਾਂ ਕੋਹ ਕੇ ਮਾਰਨ ਦਾ ਪਾਪ ਲੱਗੇ। ਠਾਕੁਰ ਦੀ ਮੂਰਤੀ ਨਾਲ ਲੈ ਕੇ ਆਇਆ, ਸੋਹਣੇ ਕੱਪੜੇ ਦੇ ਵਿੱਚ ਲਪੇਟ ਕੇ। ਇਸੇ ਤਰ੍ਹਾਂ ਇਸਲਾਮ ਦੇ ਵੱਲੋਂ ਸੈਯਦ ਆ ਗਿਆ ਹੈ, ਕੁਰਾਨ ਸ਼ਰੀਫ ਆਪਣੇ ਸਿਰ ਤੇ ਚੁੱਕ ਕੇ ਲੈ ਕੇ ਆਇਆ। ਇਹ ਸਾਰੇ ਜਾਣੇ ਆਪਣੀ ਆਪਣੀ ਸਹੁੰ ਵਿਖਾਉਂਦੇ ਪਏ ਵੀ ਆਹ ਵੇਖੋ ਪਾਤਸ਼ਾਹ ਅਸੀਂ ਕਸਮ ਖਾਂਦੇ ਹਾਂ। ਕਾਗਦ ਹਮਕੋ ਦੀਜੈ ਸੋਈ। ਸਤਿਗੁਰੂ ਪਾਤਸ਼ਾਹ ਦੇ ਕੋਲ ਆ ਗਏ। ਮਹਾਰਾਜ ਕਹਿੰਦੇ ਲਿਆਓ ਭਾਈ, ਆਪਣੇ ਆਪਣੇ ਕਾਗਜ਼ ਦਿਓ ਜਿਹਦੇ ਉੱਪਰ ਔਰੰਗਜ਼ੇਬ ਦੀ ਸਹੁੰ ਲਿਖੀ ਹੈ, ਜਿਹਦੇ ਉੱਪਰ ਪਹਾੜੀ ਰਾਜਿਆਂ ਦੀ ਸਹੁੰ ਲਿਖੀ ਹੈ। ਆਪਣੇ ਆਪਣੇ ਕਾਗਜ਼ ਸਾਨੂੰ ਦਿਓ, ਅਸੀਂ ਇਹਨਾਂ ਨੂੰ ਵੇਖਣਾ ਕਰੀਏ। ਕਹਿਲੂਰੀ ਆਦਿਕ ਸਭ ਲਿਖਿਓ। ਉਸ ਵੇਲੇ ਗੁਰਮੁਖੋ ਪਹਿਲਾਂ ਬ੍ਰਾਹਮਣ ਨੇ ਆਪਣੇ ਕਾਗਜ਼ ਜਿਹੜੇ ਸਨ ਪਹਾੜੀ ਰਾਜਿਆਂ ਵੱਲੋਂ ਗਏ। ਕਹਿਲੂਰੀਆ ਰਾਜਾ ਸੀ ਭੀਮ ਚੰਦ। ਸਭ ਤੋਂ ਪਹਿਲਾਂ ਇਹਦਾ ਕਾਗਜ਼ ਅੱਗੇ ਰੱਖਿਆ ਗਿਆ। ਵੇਖੋ ਮਹਾਰਾਜ ਭੀਮ ਚੰਦ ਦੀ ਇਹਦੇ ਉੱਪਰ ਕਸਮ ਹੈ। ਇਹਦੇ ਤੋਂ ਬਾਅਦ ਵੀ ਜਿਹੜੇ ਦੂਜੇ ਰਾਜੇ ਨੇ, ਹੰਡੂਰੀਆ ਰਾਜਾ ਹੈ ਜਾਂ ਹੋਰ ਜਿਹੜੇ ਰਾਜੇ ਨੇ, ਉਹਨਾਂ ਦੇ ਕਾਗਜ਼ ਜਿਨ੍ਹਾਂ ਦੇ ਉੱਪਰ ਉਹਨਾਂ ਨੇ ਮੋਹਰਾਂ ਲਾ ਕੇ ਦਸਤਖਤ ਕੀਤੇ ਹੋਏ, ਸਹੁੰਆਂ ਖਾਧੀਆਂ ਹੋਈਆਂ, ਉਹ ਸਾਰੇ ਕਾਗਜ਼ ਮਹਾਰਾਜ ਸਾਹਿਬ ਜੀਆਂ ਨੇ ਵੇਖੇ ਹਨ। ਸੋ ਕਾਗਜ਼ ਕਰ ਮਹਿਲੇ ਪਿਖਿਓ। ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਕਾਗਜ਼ ਵਾਰੀ-ਵਾਰੀ ਵੇਖੇ, ਉਹਨਾਂ ਨੂੰ ਪੜ੍ਹਿਆ। ਜਿਵੇਂ ਜਿਵੇਂ ਇਹਨਾਂ ਨੇ ਕਸਮਾਂ ਲਿਖੀਆਂ ਸਨ, ਵਾਅਦੇ ਲਿਖੇ ਸਨ, ਮਹਾਰਾਜ ਤੁਹਾਡੇ ਤੇ ਹਮਲਾ ਨਹੀਂ ਹੋਵੇਗਾ, ਇਹ ਅਸੀਂ ਤੁਹਾਡੇ ਸਾਹਮਣੇ ਇਹ ਕਸਮ ਖਾਂਦੇ ਹਾਂ ਔਰ ਲਿਖ ਕੇ ਦਿੰਦੇ ਹਾਂ। ਗਊ ਦੀ ਹੱਤਿਆ ਦਾ ਪਾਪ ਲੱਗੇ, ਠਾਕੁਰ ਦੀ ਸਾਨੂੰ ਆਣ ਲੱਗੇ, ਸਹੁੰ ਲੱਗੇ। ਇਹ ਮਹਾਰਾਜ ਨੇ ਸਾਰੇ ਬਚਨ ਹੱਥ ਵਿੱਚ ਲੈ ਕੇ ਚਿੱਠੀਆਂ ਚੰਗੀ ਤਰ੍ਹਾਂ ਵਿਚਾਰੇ ਹਨ। ਉਨ ਅਵਰੰਗ ਕੋ ਲਿਖਿਓ ਮੰਗਾਇਓ। ਜਦੋਂ ਪਹਾੜੀ ਰਾਜਿਆਂ ਦੇ ਵੱਲੋਂ ਸਾਰੀਆਂ ਕਸਮਾਂ ਵੇਖ ਲਈਆਂ, ਬਚਨ ਸੁਣ ਲਏ, ਮਹਾਰਾਜ ਕਹਿੰਦੇ ਲਿਆਓ ਭਾਈ, ਹੁਣ ਔਰੰਗਜ਼ੇਬ ਦੇ ਵੱਲੋਂ ਕਿਹੜੀ ਚਿੱਠੀ ਆਈ ਹੈ, ਜਾਂ ਜਿਹੜੇ ਇਹ ਮੁਗਲ ਸੈਨਾਪਤੀ ਨੇ, ਸੂਬੇਦਾਰ ਨੇ, ਉਹਨਾਂ ਵੱਲੋਂ ਕਿਹੜੀ ਚਿੱਠੀ ਆਈ ਹੈ। ਫਿਰ ਸੈਯਦ ਦੇ ਅੱਗੇ ਹੋਇਆ। ਮਹਾਰਾਜ ਇੱਕ ਤੇ ਕੁਰਾਨ ਸ਼ਰੀਫ ਆਇਆ ਹੈ, ਇਹਦੀ ਕਸਮ ਖਾਧੀ ਹੈ ਔਰੰਗਜ਼ੇਬ ਬਾਦਸ਼ਾਹ ਨੇ। ਇਸੇ ਤਰ੍ਹਾਂ ਖਵਾਜਾ ਮਰਦੂਦ ਨੇ, ਵਜ਼ੀਰ ਖਾਨ ਨੇ, ਜ਼ਬਰਦਸਤ ਖਾਨ ਨੇ, ਇਹਨਾਂ ਸਾਰਿਆਂ ਨੇ ਮਹਾਰਾਜ ਕਸਮਾਂ ਖਾਧੀਆਂ ਹੋਈਆਂ।
ਉਸ ਵੇਲੇ ਸੈਯਦ ਨੇ ਉਹ ਜਿਹੜਾ ਕਾਗਜ਼ ਸੀ ਜਿਹਦੇ ਉੱਪਰ ਇਹਨਾਂ ਨੇ ਕਸਮਾਂ ਖਾ ਕੇ ਆਪਣੇ ਦਸਖਤ ਕੀਤੇ ਹੋਏ, ਉਹ ਮਹਾਰਾਜ ਦੇ ਹੱਥਾਂ ਵਿੱਚ ਫੜਾਇਆ ਕਾਗਜ਼। ਪਾਤਸ਼ਾਹ ਜੀ ਨੇ ਵੇਖਿਆ ਹੈ। ਲਿਓ ਸੰਭਾਰ ਜੇਬ ਮਹਿ ਹੁਣ ਪਾਇਓ। ਸਤਿਗੁਰੂ ਜਾਣੀ ਜਾਣ ਨੇ ਗੁਰਮੁਖੋ, ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ। ਵਸੈ ਮਨ ਮਾਹੀ। ਗੁਰੂ ਨੂੰ ਬਲਿਆ ਛਲਿਆ ਨਹੀਂ ਜਾ ਸਕਦਾ ਹੈ, ਨਾ ਠੱਗਿਆ ਜਾ ਸਕਦਾ ਹੈ, ਨਾ ਕਿਸੇ ਤਰ੍ਹਾਂ ਗੁਰੂ ਨਾਲ ਧੋਖਾ ਕੀਤਾ ਜਾ ਸਕਦਾ ਹੈ। ਭਾਵੇਂ ਕਿ ਇਹਨਾਂ ਲੋਕਾਂ ਨੇ ਬੜੀ ਚਤੁਰਾਈ ਚਲਾਕੀ ਵਰਤੀ ਹੈ। ਮਹਾਰਾਜ ਸਾਹਿਬ ਜੀ ਨੇ ਸਿੰਘਾਂ ਨੂੰ ਪਹਿਲਾਂ ਹੀ ਕਿਹਾ ਸੀ, ਭਾਈ ਇਹਨਾਂ ਦੇ ਉੱਪਰ ਯਕੀਨ ਨਾ ਕਰਿਓ, ਤੁਹਾਡੇ ਤੇ ਇਹਨਾਂ ਨੇ ਹਮਲਾ ਕਰਨਾ ਹੀ ਕਰਨਾ ਹੈ। ਪਰ ਫਿਰ ਵੀ ਸਿੱਖਾਂ ਦਾ ਬਚਨ ਮੰਨ ਕੇ ਮਹਾਰਾਜ ਸਾਹਿਬ ਜੀਆਂ ਨੇ ਇਹ ਜਿਹੜੇ ਵਾਅਦੇ ਲਿਖਵਾਏ ਇਹਨਾਂ ਦੇ ਕੋਲੋਂ, ਮਹਾਰਾਜ ਜਾਣਦੇ ਸਾਰਾ ਕੁਝ ਹੀ, ਪਰ ਪਾਤਸ਼ਾਹ ਜੀ ਇਹਨਾਂ ਨੂੰ ਝੂਠਿਆਂ ਵੀ ਕਰਨਾ ਚਾਹੁੰਦੇ। ਉਹ ਦੋਨੇ ਕਾਗਜ਼ ਜਿਹੜੇ ਪਹਾੜੀ ਰਾਜਿਆਂ ਵੱਲੋਂ ਲਿਖੇ ਗਏ ਔਰ ਜਿਹੜੇ ਕਾਗਜ਼ ਔਰੰਗਜ਼ੇਬ ਵੱਲੋਂ ਲਿਖੇ ਗਏ, ਉਹ ਮਹਾਰਾਜ ਜੀ ਨੇ ਸੰਭਾਲ ਕੇ ਆਪਣੀ ਜੇਬ ਦੇ ਵਿੱਚ ਪਾ ਲਏ ਹਨ। ਸਭ ਕੋ ਕਹਿਓ ਤਿਆਰ ਹੋ ਜਾਵੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਚਲੋ ਭਾਈ ਇਹਨਾਂ ਨੇ ਕਸਮਾਂ ਖਾ ਲਈਆਂ। ਸਤਿਗੁਰਾਂ ਦੇ ਲਿਖਵਾਉਣ ਦਾ ਕਾਰਨ ਇਹ ਹੈ ਵੀ ਇਹ ਕੱਲ ਨੂੰ ਮੁਕਰ ਸਕਦੇ ਵੀ ਅਸੀਂ ਤੇ ਆਹ ਗੱਲ ਕਹੀ ਨਹੀਂ ਹੈ। ਜਦੋਂ ਬਹਾਦਰ ਸ਼ਾਹ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਇਆ ਸੀ ਨਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੈਨੂੰ ਰਾਜ ਦਿਵਾ ਦਿਓ, ਤੁਹਾਡੇ ਹੱਥ ਵਿੱਚ ਹੀ ਹੈ। ਗੁਰਮੁਖੋ ਜਾਣਦੇ ਨੇ, ਔਰੰਗਜ਼ੇਬ ਦੇ ਪੁੱਤਰ ਵੀ ਇਹ ਗੱਲ ਜਾਣਦੇ ਨੇ ਵੀ ਰਾਜ ਭਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਨਹੀਂ ਤੇ ਉਸ ਵੇਲੇ ਹਿੰਦੁਸਤਾਨ ਵਿੱਚ ਕਿੰਨੇ ਰਾਜੇ ਸਨ, ਕਿੰਨੇ ਰਜਵਾੜੇ ਸਨ। ਬਹਾਦਰ ਸ਼ਾਹ ਪੁੱਤਰ ਹੈ ਔਰੰਗਜ਼ੇਬ ਦਾ, ਔਰ ਇਹ ਔਰੰਗਜ਼ੇਬ ਦੇ ਮਰਨ ਤੋਂ ਬਾਅਦ ਵਿੱਚ ਬਹਾਦਰ ਸ਼ਾਹ ਨੂੰ ਇਸ ਗੱਲ ਦਾ ਇਲਮ ਸੀ ਵੀ ਜੇ ਰਾਜ ਮਿਲਣਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਿਨਾਂ ਕੋਈ ਵੀ ਰਾਜਾ ਮੇਰੀ ਮਦਦ ਕਰਕੇ ਰਾਜ ਦਿਵਾ ਨਹੀਂ ਸਕਦਾ ਹੈ। ਮਹਾਰਾਜ ਦੀ ਸ਼ਰਨ ਵਿੱਚ ਆ ਕੇ ਆਖਦਾ, ਮਹਾਰਾਜ ਰਾਜ ਦਿਵਾ ਦਿਓ। ਸਤਿਗੁਰੂ ਕਹਿਣ ਲੱਗੇ, ਜੇ ਰਾਜ ਦਿਵਾ ਦਈਏ ਤੇ ਕੀ ਕਰੇਗਾ? ਕਹਿਣ ਲੱਗਾ, ਮਹਾਰਾਜ ਜੋ ਤੁਸੀਂ ਕਹੋਗੇ ਨਾ ਤੁਹਾਡਾ ਪਹਿਲਾ ਫਰਮਾਨ ਮੰਨਿਆ ਜਾਵੇਗਾ, ਬਾਕੀ ਮੈਂ ਗੱਲਾਂ ਬਾਅਦ ਵਿੱਚ ਵੇਖਾਂਗਾ। ਪਾਤਸ਼ਾਹ ਕਹਿਣ ਲੱਗੇ, ਕੀ ਜਿਹੜਾ ਬਚਨ ਕਰਦਾ ਪਿਆ ਪੂਰਾ ਕਰੇਗਾ? ਕਹਿਣ ਲੱਗਾ, ਮਹਾਰਾਜ ਜ਼ਰੂਰ ਪੂਰਾ ਕਰਾਂਗਾ। ਪਾਤਸ਼ਾਹ ਕਹਿੰਦੇ, ਜੇ ਪੂਰਾ ਕਰੇਗਾ ਫਿਰ ਕਾਗਜ਼ ਤੇ ਲਿਖ ਕੇ ਦੇ। ਹੁਣ ਸਤਿਗੁਰੂ ਜਾਣਦੇ ਨੇ ਵੀ ਇਹਨੇ ਬਾਅਦ ਵਿੱਚ ਮੁਕਰਨਾ ਹੈ। ਜੇ ਤੇ ਗੱਲੀ ਬਾਤੀ ਕਹਿ ਕੇ ਮੁਕਰ ਜਾਏਗਾ ਹੋਰ ਗੱਲ, ਜੇ ਕਾਗਜ਼ ਤੇ ਲਿਖੇਗਾ ਸ਼ਰਮਿੰਦਾ ਤੇ ਹੋਵੇਗਾ ਨਾ ਵੀ ਮੈਂ ਆਪ ਲਿਖ ਕੇ ਦਿੱਤਾ। ਕਾਗਜ਼ ਤੇ ਲਿਖ ਕੇ ਦਿੱਤਾ। ਕਹਿਣ ਲੱਗਾ, ਮਹਾਰਾਜ ਜੋ ਤੁਸੀਂ ਕਹੋਗੇ ਨਾ, ਮੈਨੂੰ ਹੁਕਮ ਕਰੋਗੇ, ਤੁਹਾਡਾ ਹੁਕਮ ਪਹਿਲਾਂ ਮੰਨਾਂਗਾ, ਤੁਹਾਡਾ ਕੰਮ ਪਹਿਲਾਂ ਹੋਵੇਗਾ, ਬਾਕੀ ਕੰਮ ਬਾਅਦ ਵਿੱਚ ਹੋਣਗੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਚਲੋ ਜੇ ਵਾਅਦਾ ਕੀਤਾ ਤੇ ਰਾਜ ਭਾਗ ਤੈਨੂੰ ਦਿਵਾਉਂਦੇ ਹਾਂ। ਉਸ ਵੇਲੇ ਜਦੋਂ ਸਤਿਗੁਰੂ ਪਾਤਸ਼ਾਹ ਜੀਆਂ ਨੇ 5 ਸਿੰਘ ਭੇਜੇ ਆਪਣੇ ਵੱਲੋਂ, ਤੇ ਪਾਤਸ਼ਾਹ ਜੀ ਨੇ ਇਹ 5 ਸਿੰਘ ਬਹਾਦਰ ਸ਼ਾਹ ਦੇ ਵੱਲੋਂ ਆਖਿਆ ਵੀ ਤੁਸੀਂ ਜਾ ਕੇ ਜੰਗ ਕਰਨਾ ਹੈ ਦੁਸ਼ਮਣ ਦੇ ਨਾਲ। ਤੀਰ ਮਾਰ ਕੇ ਮਹਾਰਾਜ ਜੀਆਂ ਨੇ ਬਹਾਦਰ ਸ਼ਾਹ ਦੇ ਭਰਾ ਨੂੰ ਮਾਰ ਕੇ ਤੇ ਬਹਾਦਰ ਸ਼ਾਹ ਨੂੰ ਰਾਜ ਭਾਗ ਤੇ ਬਿਠਾਇਆ। ਕਾਗਜ਼ ਮਹਾਰਾਜ ਨੇ ਇਹਦੇ ਕੋਲੋਂ ਵੀ ਲਿਖਵਾਇਆ ਸੀ। ਜਦੋਂ ਰਾਜ ਭਾਗ ਤੇ ਬੈਠਾ ਬੜਾ ਖੁਸ਼ ਹੋਇਆ। ਹੁਣ ਮਹਾਰਾਜ ਦੇ ਦਰਸ਼ਨ ਕਰਨ, ਸ਼ੁਕਰਾਨਾ ਕਰਨ ਵਾਸਤੇ ਆਪਾਂ ਆਉਂਦੇ ਹਾਂ ਨਾ, ਵੀ ਚਲੋ ਸ਼ੁਕਰਾਨਾ ਕਰਕੇ ਆਈਏ ਵੀ ਸਤਿਗੁਰਾਂ ਨੇ ਦਾਤ ਦਵਾਈ ਹੈ। ਸਤਿਗੁਰਾਂ ਦੇ ਕੋਲ ਸ਼ੁਕਰਾਨਾ ਕਰਦਾ ਬੜਾ ਖੁਸ਼ ਹੈ। ਮਹਾਰਾਜ ਕਹਿਣ ਲੱਗੇ, ਅਸੀਂ ਬਚਨ ਪੂਰਾ ਕੀਤਾ, ਬਹਾਦਰ ਸ਼ਾਹ ਤੈਨੂੰ ਰਾਜ ਦਵਾਇਆ, ਹੁਣ ਤੂੰ ਬਚਨ ਪੂਰਾ ਕਰ। ਮਹਾਰਾਜ ਹੁਕਮ ਤੇ ਕਰੋ ਨਾ, ਮੈਂ ਤੇ ਹੁਣੇ ਕਰ ਦੇਵਾਂ, ਹੁਣ ਤੇ ਰਾਜਾ ਬਣ ਗਿਆ। ਪਾਤਸ਼ਾਹ ਕਹਿਣ ਲੱਗੇ, ਵਜ਼ੀਰ ਖਾਨ ਨੇ ਸਾਡੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ, ਸਾਨੂੰ ਵਜ਼ੀਰ ਖਾਨ ਜਿਹੜਾ ਚਾਹੀਦਾ ਹੈ ਤੂੰ ਦੇ ਦੇ, ਅਸੀਂ ਇਹਦੇ ਕੋਲੋਂ ਕੁਝ ਆਪਣਾ ਹਿਸਾਬ ਕਿਤਾਬ ਕਰਨਾ ਹੈ। ਗੁਰਮੁਖੋ ਉਹਨਾਂ ਸਮਿਆਂ ਵਿੱਚ ਕੀ ਹੋਇਆ ਕਰਦਾ ਸੀ ਕਿ ਸਮੇਂ ਦੀਆਂ ਸਰਕਾਰਾਂ ਵੇਖਦੀਆਂ ਸਨ ਵੀ ਇਹ ਬੰਦਾ ਜਿਸ ਦਾ ਅਪਰਾਧੀ ਹੈ ਨਾ, ਉਹਨੂੰ ਦੇ ਦਿੱਤਾ ਜਾਂਦਾ ਸੀ ਵੀ ਤੁਸੀਂ ਆਪੇ ਹੀ ਮਾਰ ਕੇ ਉਹਦੇ ਕੋਲੋਂ ਬਦਲਾ ਲੈ ਲਓ, ਤੁਹਾਡੀ ਨਫ਼ਰਤ ਮਿਟ ਜਾਵੇ ਔਰ ਦੁਨੀਆ ਨੂੰ ਪਤਾ ਲੱਗ ਜਾਵੇ ਵੀ ਜੇ ਮੈਂ ਗਲਤ ਕੰਮ ਕਰਾਂਗਾ ਤੇ ਸਰਕਾਰ ਮੈਨੂੰ ਫੜਾ ਦੇਵੇਗੀ ਔਰ ਫਿਰ ਮੈਨੂੰ ਸਜ਼ਾ ਮਿਲੇਗੀ। ਹੁਣ 6ਵੇਂ ਪਾਤਸ਼ਾਹ ਦੇ ਸਮੇਂ ਚੰਦੂ ਦੀਵਾਨ ਹੈ ਨਾ, ਚੰਦੂ ਦੀਵਾਨ ਵੀ ਜਹਾਂਗੀਰ ਨੇ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦਿੱਤਾ ਸੀ, ਕਿਉਂਕਿ ਬਾਦਸ਼ਾਹ ਇਹ ਜਾਣਦਾ ਸੀ ਵੀ ਚੰਦੂ ਦੀਵਾਨ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕੀਤਾ ਹੈ। ਭਾਵੇਂ ਹੋਇਆ ਸਭ ਕੁਝ ਜਹਾਂਗੀਰ ਦੇ ਹੁਕਮ ਦੇ ਵਿੱਚ ਹੀ ਹੈ, ਪਰ ਜਹਾਂਗੀਰ ਆਪਣੇ ਆਪ ਨੂੰ ਬੇਦਾਗ ਬਣਾਉਣਾ ਚਾਹੁੰਦਾ ਵੀ ਮੇਰਾ ਕਸੂਰ ਕੋਈ ਨਹੀਂ ਹੈ ਔਰ ਗੁਰੂ ਪਾਤਸ਼ਾਹ ਤੁਸੀਂ ਇਸ ਚੰਦੂ ਕੋਲੋਂ ਆਪਣੇ ਪਿਤਾ ਦਾ ਬਦਲਾ ਲੈ ਲਵੋ। ਸਤਿਗੁਰਾਂ ਨੇ ਉਸ ਨੂੰ ਸਜ਼ਾ ਦਿੱਤੀ ਹੈ। ਉਹਨਾਂ ਸਮਿਆਂ ਵਿੱਚ ਇਸ ਤਰ੍ਹਾਂ ਹੁੰਦਾ ਸੀ ਵੀ ਜਦੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਇਸ ਦਾ ਗੁਨਹਗਾਰ ਹੈ ਤੇ ਫਿਰ ਉਹਦੇ ਹਵਾਲੇ ਕੀਤਾ ਜਾਂਦਾ, ਲੈ ਭਾਈ ਤੂੰ ਆਪਣਾ ਬਦਲਾ ਇਹਦੇ ਕੋਲੋਂ ਲੈ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਇਸ ਵਜ਼ੀਰ ਖਾਨ ਨੇ, ਸਾਨੂੰ ਲੋੜੀਂਦਾ ਚਾਹੀਦਾ ਹੈ। ਇਹ ਬਚਨ ਸੁਣ ਕੇ ਉਹਦੇ ਪੈਰ ਜਿਹੜੇ ਸਨ ਉਸੇ ਵੇਲੇ ਫਿਸਲ ਗਿਆ। ਕਹਿਣ ਲੱਗਾ, ਮਹਾਰਾਜ ਇਹ ਕਿਵੇਂ ਕਰਦੇ ਆ?
ਐਡਾ ਵੱਡਾ ਸੂਬੇਦਾਰ ਹੈ, ਸਰਹੰਦ ਦਾ ਮਾਲਕ ਹੈ, ਇੰਨੀ ਫੌਜ ਉਹਦੇ ਨਾਲ ਹੈ, ਇੰਨੇ ਰਾਜੇ ਰਜਵਾੜੇ ਉਹਦਾ ਹੁਕਮ ਮੰਨਦੇ, ਜੇ ਹੁਣੇ ਹੀ ਫੜਾ ਦਿੱਤਾ ਮੇਰੇ ਤੇ ਰਾਜ ਭਾਗ ਵਿੱਚ ਗਦਰ ਪੈ ਜਾਏਗਾ। ਰਾਜ ਭਾਗ ਨਹੀਂ ਮਿਲਿਆ ਤੇ ਕਹਿੰਦਾ ਵੀ ਮਹਾਰਾਜ ਤੁਹਾਡਾ ਹੁਕਮ ਪਹਿਲੇ ਨੰਬਰ ਤੇ ਹੈ। ਅੱਜ ਰਾਜ ਭਾਗ ਮਿਲ ਗਿਆ, ਹੁਣ ਕਈ ਤਰ੍ਹਾਂ ਦੇ ਬਹਾਨੇ। ਪਾਤਸ਼ਾਹ ਨੇ ਉਹ ਕਾਗਜ਼ ਹੀ ਸਾਹਮਣੇ ਰੱਖਤਾ, ਕਹਿੰਦੇ ਆ ਤੂੰ ਹੀ ਲਿਖਿਆ ਨਾ ਜਦੋਂ ਰਾਜ ਲੈਣਾ ਸੀ। ਬੜਾ ਸ਼ਰਮਿੰਦਾ ਹੋਇਆ। ਹੁਣ ਸਤਿਗੁਰੂ ਜਾਣਦੇ ਨੇ ਵੀ ਇਹਨਾਂ ਨੇ ਹਮਲਾ ਤੇ ਕਰਨਾ ਹੀ ਹੈ, ਇੱਕ ਵਾਰੀ ਕਾਗਜ਼ ਤੇ ਲਿਖਵਾਈਏ ਇਹਨਾਂ ਕੋਲੋਂ ਤਾਂ ਕਿ ਸ਼ਰਮਸਾਰ ਤੇ ਹੋਣ ਨਾ ਵੀ ਅਸੀਂ ਬਚਨਾ ਕੀਤਾ ਤੇ ਮੁਕਰੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਹ ਕਾਗਜ਼ ਲਿਖਵਾਏ ਇਹਨਾਂ ਦੇ ਕੋਲੋਂ, ਲਿਖਵਾ ਕੇ ਉਹ ਸਾਰੇ ਕਾਗਜ਼ ਆਪਣੀ ਜੇਬ ਦੇ ਵਿੱਚ ਪਾ ਲਏ ਹਨ। ਨਿਕਸੋ ਵਹਿਰ ਭਲੇ ਮਗ ਪਾਵੋ, ਸਭ ਕੋ ਕਹਿਓ ਤਿਆਰ ਹੋ ਜਾਵੋ। ਜਦੋਂ ਕਾਗਜ਼ ਜੇਬ ਵਿੱਚ ਪਾਇਆ ਨਾ, ਫਿਰ ਮਹਾਰਾਜ ਨੇ ਆਖਿਆ, ਕਹਿਣ ਲੱਗੇ ਖਾਲਸਾ ਜੀ ਤੁਸੀਂ ਆਖਦੇ ਹੋ ਅਨੰਦਪੁਰ ਸਾਹਿਬ ਛੱਡ ਕੇ ਜਾਣਾ ਹੈ, ਇਹ ਕਹਿ ਰਹੇ ਨੇ ਵੀ ਤੁਹਾਡੇ ਤੇ ਹਮਲਾ ਨਹੀਂ ਕਰਦੇ, ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਬਾਹਰ ਨਾ ਨਿਕਲੋ, ਵਿਸ਼ਵਾਸ ਨਾ ਕਰੋ। ਪਰ ਫਿਰ ਹੁਣ ਤੁਹਾਡੀ ਮਰਜ਼ੀ ਹੈ, ਜੇ ਜਾਣਾ ਹੀ ਚਾਹੁੰਦੇ ਹੋ ਨਾ ਫਿਰ ਤਿਆਰ ਹੋ ਜਾਓ, ਸਾਰੇ ਜਾਣੇ ਤਿਆਰੀ ਕਰੋ, ਅੱਜ ਰਾਤ ਨੂੰ ਹੀ ਕਿਲਾ ਛੱਡਾਂਗੇ, ਇਹ ਹੁਕਮ ਦਿੱਤਾ ਹੈ। ਨਿਕਸੋ ਵਹਿਰ ਭਲੇ ਮਗ ਪਾਵੋ। ਤੇ ਪਾਤਸ਼ਾਹ ਕਹਿਣ ਲੱਗੇ ਵੀ ਬਾਹਰ ਨਿਕਲਣ ਤੋਂ ਪਹਿਲਾਂ ਤਿਆਰ ਹੋ ਜਾਓ, ਚੰਗੀ ਤਰ੍ਹਾਂ ਕਮਰ ਕੱਸੇ ਕਰ ਲਓ, ਸ਼ਸਤਰ ਬਸਤਰ ਸਜਾ ਲਓ, ਇੱਥੋਂ ਹੀ ਉਲੀਕ ਲਈਏ ਵੀ ਜਾਣਾ ਕਿਹੜੇ ਪਾਸੇ ਨੂੰ। ਇਹ ਨਾ ਹੋਵੇ ਬਾਹਰ ਹਨੇਰੀ ਰਾਤ ਹੈ ਤੇ ਆਪਾਂ ਖਿੰਡ ਜਾਈਏ, ਕੋਈ ਇੱਧਰ ਨੂੰ ਚਲੇ ਜਾਵੇ, ਕੋਈ ਉੱਧਰ ਨੂੰ ਚਲੇ ਜਾਵੇ, ਰਸਤੇ ਵਿੱਚ ਰਾਤ ਦਾ ਪਤਾ ਹੀ ਨਾ ਲੱਗੇ। ਜਦੋਂ ਮਹਾਰਾਜ ਚਮਕੌਰ ਦੀ ਗੜੀ ਛੱਡ ਕੇ ਤੁਰਨ ਲੱਗੇ ਨਾ, ਉਦੋਂ ਵੀ ਸਿੱਖਾਂ ਨੂੰ ਆਖਿਆ ਸੀ ਵੀ ਆਹ ਸਾਹਮਣੇ ਧਰੂ ਤਾਰਾ ਚਮਕਦਾ ਪਿਆ ਹੈ, ਇਹਦੀ ਸੇਧ ਨੂੰ ਤੁਰੇ ਆਇਓ, ਕਿਉਂਕਿ ਰਾਤ ਨੂੰ ਰਸਤਾ ਥੋੜ੍ਹੀ ਪਤਾ ਲੱਗਣਾ ਵੀ ਜਾਣਾ ਕਿੱਧਰ ਨੂੰ, ਜੰਗਲ ਬਿਆਬਾਨ ਹੈ ਅਤੇ ਨਾ ਹੀ ਉਹਨਾਂ ਸਮਿਆਂ ਵਿੱਚ ਕੋਈ ਚਾਨਣ ਦਾ ਸਾਧਨ ਹੈ। ਸੋ ਅੱਜ ਕੱਲ੍ਹ ਤੇ ਭਾਵੇਂ ਬਿਜਲੀ ਆ, ਦੂਰੋਂ ਪਿੰਡਾਂ ਵਿੱਚ ਲਾਈਟਾਂ ਜਗਦੀਆਂ ਦਿਸ ਪੈਂਦੀਆਂ, ਉਦੋਂ ਇਹੋ ਜਿਹਾ ਕੋਈ ਸਾਧਨ ਨਹੀਂ ਹੈ। ਪਾਤਸ਼ਾਹ ਨੇ ਆਖਿਆ ਸੀ ਤਾਰਾ ਚਮਕਦਾ ਹੈ, ਇਹਦੇ ਵੱਲ ਵੇਖ ਕੇ ਤੁਰੇ ਹੋ, ਆਪਾਂ ਮਿਲ ਪਵਾਂਗੇ ਅੱਗੇ ਜਾ ਕੇ। ਤੇ ਪਾਤਸ਼ਾਹ ਜੀ ਫਿਰ ਮਾਛੀਵਾੜੇ ਜਾ ਕੇ ਮਿਲੇ। ਇੱਥੇ ਹੁਣ ਮਹਾਰਾਜ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਕਹਿ ਰਹੇ ਨੇ, ਕਹਿੰਦੇ ਭਾਈ ਪਹਿਲਾਂ ਸਮਾਂ ਔਰ ਰਸਤਾ, ਇਹ ਸਾਰੇ ਜਾਣੇ ਇੱਕ ਦੂਜੇ ਨਾਲ ਸਲਾਹ ਕਰ ਲਓ ਵੀ ਆਪਾਂ ਕਿਹੜੇ ਰਸਤੇ ਨੂੰ ਪੈਣਾ ਹੈ, ਉਸ ਰਸਤੇ ਨੂੰ ਚੱਲਣਾ ਕਰੋ। ਤੰਬੂ ਦੀਰਘ ਅਲਪ ਬਨਾਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿੱਥੇ ਧਰਮ ਦੇ ਗੁਰੂ ਨੇ, ਉੱਥੇ ਮਹਾਰਾਜ ਬੜੇ ਵੱਡੇ ਰਾਜਨੀਤਿਕ ਵੀ ਨੇ। ਪਾਤਸ਼ਾਹ ਜੀ ਕਹਿਣ ਲੱਗੇ ਭਾਈ ਲਿਆਓ ਹੁਣ ਸਾਡੇ ਤੰਬੂ। ਤੰਬੂ ਲਿਆਂਦੇ ਗਏ, ਵੱਡੇ ਵੱਡੇ ਤੰਬੂ, ਛੋਟੇ ਤੰਬੂ, ਕਨਾਤਾਂ, ਜਿੰਨਾ ਵੀ ਸਮਾਨ ਹੈ ਮਹਾਰਾਜ ਨੇ ਕੋਲ ਮੰਗਵਾਇਆ ਹੈ। ਨਾਨਾ ਚਿੱਤਰਤ ਬਣੀ ਕਨਾਤੀ। ਬੜੀਆਂ ਸੋਹਣੀਆਂ ਕਨਾਤਾਂ ਗੁਰਮੁਖੋ, ਜਿਨ੍ਹਾਂ ਦੇ ਉੱਪਰ ਬੜੀ ਸੋਹਣੀ ਕਢਾਈ ਕੀਤੀ, ਬੜੇ ਸੋਹਣੇ ਚਿੱਤਰ ਬਣਾਏ ਹੋਏ। ਇਤਿਹਾਸ ਵਿੱਚ ਆਪਾਂ ਪਿੱਛੇ ਬਚਨ ਸਰਵਣ ਕੀਤਾ ਹੈ ਕਿ 1.5 ਲੱਖ ਦੀ ਚਾਨਣੀ ਮਹਾਰਾਜ ਸਾਹਿਬ ਜੀਆਂ ਨੂੰ ਕਾਬਲ ਦੀ ਸੰਗਤ ਨੇ ਔਰ ਇੱਥੋਂ ਦੇ ਮਸੰਦ ਨੇ ਮਹਾਰਾਜ ਸਾਹਿਬ ਜੀਆਂ ਨੂੰ ਭੇਟ ਕੀਤੀ ਸੀ। ਗੁਰੂ ਕਾ ਸਿੱਖ ਬਾਜ਼ਾਰ ਵਿੱਚੋਂ ਜਾਂਦਾ ਪਿਆ, ਕਾਰੀਗਰ ਬੜੀ ਸੋਹਣੀ ਚਾਨਣੀ ਬਣਾਉਂਦੇ ਪਏ। ਸਿੱਖ ਨੇ ਪੁੱਛ ਲਿਆ ਇਹਦੀ ਕੀਮਤ ਕੀ ਹੈ? ਕਹਿਣ ਲੱਗੇ 1.25 ਲੱਖ ਕੀਮਤ ਹੈ। ਕਾਹਦੇ ਵਾਸਤੇ ਬਣਾਉਂਦੇ ਪਏ ਹੋ? ਕਹਿਣ ਲੱਗੇ ਜੀ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੇ ਵਾਸਤੇ ਬਣਾ ਰਹੇ ਹਾਂ। ਸਿੱਖ ਨੇ ਮਨ ਵਿੱਚ ਵਿਚਾਰਿਆ ਦੁਨਿਆਵੀ ਬਾਦਸ਼ਾਹ ਵਾਸਤੇ 1.25 ਲੱਖ ਦੀ ਬਣਦੀ ਪਈ ਹੈ, ਮੇਰੇ ਗੁਰੂ ਵਾਸਤੇ 2.5 ਲੱਖ ਦੀ ਬਣਨੀ ਚਾਹੀਦੀ ਹੈ। ਉਸੇ ਵੇਲੇ ਕਾਰੀਗਰਾਂ ਨੂੰ ਕਿਹਾ ਮੇਰੇ ਗੁਰੂ ਵਾਸਤੇ ਇਹਦੇ ਤੋਂ ਡਬਲ ਮੁੱਲ ਲਾ ਕੇ ਉਹਨਾਂ ਸਮਿਆਂ ਵਿੱਚ 2.5 ਲੱਖ ਰੁਪਏ ਦੀ ਬੜੀ ਸੋਹਣੀ ਚਾਨਣੀ ਤਿਆਰ ਕਰਵਾਈ। ਸੰਗਤਾਂ ਵਿੱਚ ਢੰਡੋਰਾ ਪਟਵਾ ਦਿੱਤਾ। ਗੁਰੂ ਕੀ ਸੰਗਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਾਸਤੇ ਸੇਵਾ ਚੱਲੀ ਹੈ, ਆਪਣਾ ਆਪਣਾ ਦਸਵੰਧ ਲਿਆ ਕੇ ਭੇਟ ਕਰੋ। ਇਸ ਤਰ੍ਹਾਂ ਦੀ ਉਹ ਚਾਨਣੀ ਮਹਾਰਾਜ ਸਾਹਿਬ ਜੀਆਂ ਨੂੰ ਲਿਆ ਕੇ ਭੇਟ ਕੀਤੀ ਗਈ। ਭੀਮ ਚੰਦ ਰਾਜਾ ਵੇਖ ਕੇ ਉਸ ਚਾਨਣੀ ਨੂੰ ਬੇਈਮਾਨ ਹੋਇਆ ਜਿੱਥੋਂ ਇਹ ਜੰਗ ਦਾ ਮੁੱਢ ਵੱਜਾ ਹੈ। ਹੁਣ ਮਹਾਰਾਜ ਕਹਿਣ ਲੱਗੇ, ਕਹਿੰਦੇ ਲਿਆਓ ਭਾਈ ਉਹ ਚਾਨਣੀ 2.5 ਲੱਖ ਵਾਲੀ ਵੀ ਲੈ ਆਓ। ਲਿਆਂਦੀ ਗਈ। ਵੱਡੀਆਂ ਚਾਨਣੀਆਂ ਵੀ ਲਿਆਓ, ਲਿਆਂਦੀਆਂ ਗਈਆਂ। ਛੋਟੀਆਂ ਵੀ ਲਿਆਓ ਭਾਈ, ਛੋਟੀਆਂ ਵੀ ਲੈ ਆਂਦੀਆਂ। ਕਨਾਤਾਂ ਤੰਬੂ ਜੋ ਵੀ ਹਨ ਸਭ ਕੁਝ ਮਹਾਰਾਜ ਨੇ ਮੰਗਵਾਇਆ ਹੈ। ਨਾਨਾ ਚਿੱਤਰਤ ਬਣੀ ਕਨਾਤੀ। ਤੇ ਬੜੀਆਂ ਸੋਹਣੀਆਂ ਜਿਨ੍ਹਾਂ ਉੱਪਰ ਚਿੱਤਰਕਾਰੀਆਂ ਕੀਤੀਆਂ, ਬੜੇ ਸੋਹਣੇ ਪ੍ਰਿੰਟ ਉਹਨਾਂ ਦੇ ਵਿੱਚ, ਬੜੀਆਂ ਸੋਹਣੀਆਂ ਚਿੱਤਰਕਾਰੀਆਂ, ਇੰਨੀਆਂ ਸੋਹਣੀਆਂ ਔਰ ਮਹਿੰਗੀਆਂ ਜਿਹੜੀਆਂ ਹਨ ਉਹ ਕਨਾਤਾਂ ਉਹਨਾਂ ਦੇ ਪੱਲੇ ਉਹ ਸਾਰੇ ਮੰਗਵਾਏ ਹਨ। ਇੱਕ ਥਲ ਕਰਕੇ ਆਗ ਲਗਾਈ। ਜਦੋਂ ਸਾਰੇ ਇਕੱਠੇ ਕੀਤੇ, ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਪੰਡਾ ਬੰਨ ਕੇ ਤੇ ਗੱਡਿਆਂ ਤੇ ਲੱਦੀਏ ਵੀ ਤੁਸੀਂ ਮੰਗਵਾਈਆਂ ਉਹ ਨਾਲ ਲੈ ਕੇ ਚੱਲੀਏ? ਪਾਤਸ਼ਾਹ ਕਹਿੰਦੇ ਨਹੀਂ ਭਾਈ, ਇਹਨਾਂ ਸਾਰਿਆਂ ਨੂੰ ਰੱਖ ਕੇ ਅੱਗ ਲਾ ਦਿਓ। ਬੜੇ ਹੈਰਾਨ ਹੋਏ ਮਹਾਰਾਜ, 2.5 ਲੱਖ ਦੀਆਂ ਚਾਨਣੀਆਂ, ਬੜੀਆਂ ਬੜੀਆਂ ਕੀਮਤੀ ਵਸਤੂਆਂ ਨੇ, ਬੜਾ ਮਹਿੰਗਾ ਕੱਪੜਾ, ਬੜੀ ਸੋਹਣੀ ਚਿੱਤਰਕਾਰੀ ਹੈ, ਰੇਸ਼ਮ ਦੀਆਂ ਡੋਰਾਂ, ਪਸ਼ਮੀਨੇ ਦਾ ਕੱਪੜਾ। ਮਹਾਰਾਜ ਜੀ ਇੰਨੇ ਮਹਿੰਗੇ ਕੱਪੜੇ। ਪਾਤਸ਼ਾਹ ਇਹਨੂੰ ਸਾੜਨਾ? ਹਾਂ। ਮਹਾਰਾਜ ਕਹਿੰਦੇ ਸਾੜ ਦਿਓ ਭਾਈ, ਅਸੀਂ ਕਿਲਾ ਛੱਡਣ ਲੱਗੇ ਹਾਂ, ਕਿਲਾ ਖਾਲੀ ਕਰਕੇ ਜਾਵਾਂਗੇ, ਦੁਸ਼ਮਣ ਦੇ ਹੱਥ ਵਿੱਚ ਪਾਈ ਨਹੀਂ ਲੱਗੇਗੀ। ਇੱਥੇ
ਉਹਨਾਂ ਦੇ ਮਨ ਵਿੱਚ ਇਹ ਆ ਨਾ ਵੀ ਗੁਰੂ ਪਾਤਸ਼ਾਹ ਕਿਲਾ ਛੱਡਣ ਤੇ ਅਸੀਂ ਮਹਾਰਾਜ ਦਾ ਘਰ ਹੀ ਲੁੱਟ ਲੈਣਾ ਹੈ ਤੇ ਸਾਡੇ ਜਿੰਨੇ ਖਰਚੇ ਨੇ ਪੂਰੇ ਹੋ ਜਾਣਗੇ। ਪਾਤਸ਼ਾਹ ਕਹਿਣ ਲੱਗੇ ਖਰਚਾ ਨਹੀਂ ਪੂਰਾ ਹੋਵੇਗਾ, ਇਹ ਘਾਟੇ ਵਿੱਚ ਹੀ ਜਾਣਗੇ ਸਾਨੂੰ ਕਿਲਾ ਛਡਾ ਕੇ। ਹੁਕਮ ਹੋਇਆ ਪਾਤਸ਼ਾਹ ਜੀ ਦਾ, ਕਹਿਣ ਲੱਗੇ ਸਾਰਾ ਸਮਾਨ ਕਨਾਤਾਂ ਤੰਬੂ ਜਿੰਨੇ ਵੀ ਨੇ ਮਹਿੰਗੇ ਤੋਂ ਮਹਿੰਗੇ, ਜਿਹੜੀ 2.5 ਲੱਖ ਦੀ ਆਪਾਂ ਸਾਖੀ ਸਰਵਣ ਕੀਤੀ ਹੈ, ਸਾਰਾ ਕੁਝ ਇਕੱਠਾ ਕਰਕੇ ਪਾਤਸ਼ਾਹ ਨੇ ਉਸ ਵੇਲੇ ਅੱਗ ਲਾਉਣ ਦਾ ਹੁਕਮ ਕੀਤਾ ਹੈ। ਵਸਤਰ ਆਦਿਕ ਸਭ ਦੀਏ ਜਲਾਈ। ਤੇ ਜਦੋਂ ਕਨਾਤਾਂ ਰੱਖ ਦਿੱਤੀਆਂ, ਅੱਗ ਬਚ ਪਈ ਹੈ, ਪਾਤਸ਼ਾਹ ਕਹਿੰਦੇ ਲਿਆਓ ਭਾਈ ਹੁਣ ਸਾਡੇ ਬਸਤਰ ਵੀ ਲੈ ਆਓ। ਜਿੰਨੇ ਬਸਤਰ ਨੇ ਮਹਿੰਗੇ ਸੰਗਤਾਂ ਵੱਲੋਂ ਮਹਾਰਾਜ ਨੂੰ ਭੇਟ ਹੋਏ ਨਾ, ਬੜੇ ਬੜੇ ਮਹਿੰਗੇ ਬਸਤਰ ਮਹਾਰਾਜ ਸਾਹਿਬ ਜੀਆਂ ਦੇ ਸਰੀਰ ਤੇ ਸਜਾਉਣ ਵਾਲੇ, ਜੰਗ ਵਿੱਚ ਪਾਉਣ ਵਾਲੇ, ਜੰਗੀ ਵਰਦੀਆਂ, ਸਿੱਖਾਂ ਨੂੰ ਮਿਲੇ ਹੋਏ ਤੋਹਫੇ ਵਸਤੂਆਂ, ਜਿੰਨਾ ਵੀ ਕੱਪੜੇ ਦਾ ਸਮਾਨ ਹੈ, ਭਾਵੇਂ ਉਹ ਗਲ ਵਿੱਚ ਪਾਉਣ ਵਾਲੇ ਕੱਪੜੇ ਵਰਦੀਆਂ ਹਨ, ਪੁਸ਼ਾਕਾਂ ਹਨ, ਭਾਵੇਂ ਉਹ ਰਾਤ ਨੂੰ ਲੰਮੇ ਪੈਣ ਵਾਸਤੇ ਕੰਬਲ ਰਜਾਈਆਂ, ਜੋ ਵੀ ਸਮਾਨ ਹੈ ਪਾਤਸ਼ਾਹ ਕਹਿੰਦੇ ਇਸ ਅੱਗ ਦੇ ਢੇਰ ਵਿੱਚ ਲਿਆ ਕੇ ਸੱਟੀ ਚੱਲੋ। ਜੋ ਕੁਝ ਹੈਗਾ ਹੈ ਸਾਰਾ ਕੁਝ ਸਾੜਨ ਵਾਲਾ ਸਮਾਨ ਉਸ ਅੱਗ ਦੇ ਢੇਰ ਉੱਪਰ ਰੱਖਿਆ ਹੈ। ਬਚਿਓ ਖਜ਼ਾਨਾ ਜੇਤਕ ਸ਼ੇਖ। ਉਸ ਵੇਲੇ ਸਿੱਖਾਂ ਦੇ ਕੋਲੋਂ ਬੁਲਾ ਕੇ ਜਿਹੜਾ ਮਹਾਰਾਜ ਦਾ ਖਜ਼ਾਨਚੀ ਸੀ ਉਹਨੂੰ ਪੁੱਛਿਆ। ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਖਜ਼ਾਨੇ ਵਿੱਚ ਮਾਇਆ ਕਿੰਨੀ ਕੁ ਹੈ, ਕਿਉਂਕਿ ਮਹਾਰਾਜ ਜੀਆਂ ਨੇ 9 ਕਰੋੜ ਰੁਪਈਆ 9.5 ਕਰੋੜ ਰੁਪਈਆ ਪਹਿਲਾਂ ਸਤਲੁਜ ਦਰਿਆ ਵਿੱਚ ਪਵਾ ਦਿੱਤਾ ਸੀ। ਜਿਨ੍ਹਾਂ ਘਰ ਵਿੱਚ ਸੋਨਾ, ਸੋਨੇ ਦੇ ਬਰਤਨ, ਚਾਂਦੀ, ਹੀਰੇ, ਮੋਤੀ, ਜਵਾਹਰਾਤ ਸਾਰੇ ਸਤਲੁਜ ਦਰਿਆ ਵਿੱਚ ਪਹਿਲਾਂ ਮਹਾਰਾਜ ਨੇ ਕਈ ਮਹੀਨੇ ਪਵਾ ਦਿੱਤੇ। ਜਾਣੀ ਜਾਣ ਪਾਤਸ਼ਾਹ ਜਾਣਦੇ ਨੇ। ਜਦੋਂ ਪਹਾੜੀ ਰਾਜਿਆਂ ਨੂੰ ਪਤਾ ਲੱਗਾ, ਸਾਰੀ ਰਾਤ ਦਰਿਆ ਪੱਟ ਕੇ ਖੱਪ ਗਏ ਵੀ ਇੱਥੇ ਖਜ਼ਾਨਾ ਸੱਟਿਆ ਲੱਭ ਜਾਵੇ, ਲੱਭਿਆ ਕਿਸੇ ਨੂੰ ਕੁਝ ਨਹੀਂ। ਹੁਣ ਮਹਾਰਾਜ ਨੇ ਦੁਬਾਰਾ ਫਿਰ ਖਜ਼ਾਨਚੀ ਨੂੰ ਬੁਲਾਇਆ। ਕਹਿਣ ਲੱਗੇ ਭਾਈ ਕਿੰਨਾ ਕੁ ਖਜ਼ਾਨਾ ਜਮ੍ਹਾਂ ਪਿਆ ਹੈ, ਕਿੰਨੀ ਕੁ ਮਾਇਆ ਜਮ੍ਹਾਂ ਪਈ ਹੈ, ਕਿੰਨੇ ਕੁ ਸੋਨੇ ਚਾਂਦੀ ਦੀਆਂ ਸ਼ਰਫੀਆਂ ਪਈਆਂ ਹੋਈਆਂ, ਸੋਨੇ ਦੀਆਂ ਇੱਟਾਂ ਜਾਂ ਹੀਰੇ ਜਾਂ ਮਾਇਆ ਕਿੰਨੀ ਕੁ ਪਈ ਹੈ, ਸਾਰੀ ਮਗਾਉਣਾ ਕਰੋ। ਆਇਓ ਸਤੁ ਦਰਬ ਵਿਖੇ ਅਸ਼ੇਕ। ਉਸ ਵੇਲੇ ਮਹਾਰਾਜ ਦਾ ਖਜ਼ਾਨਚੀ ਗਿਆ, ਲੈ ਕੇ ਆਇਆ ਜਿੰਨਾ ਸੋਨਾ ਚਾਂਦੀ ਹੈ ਸਾਰਾ ਇਕੱਠਾ ਕਰਕੇ ਲਿਆ ਦਿੱਤਾ। ਮਹਾਰਾਜ ਆ ਵੇਖੋ ਇੰਨੀ ਕੁ ਮਾਇਆ ਆਪਣੇ ਕੋਲ ਬਚੀ, ਇੰਨੇ ਕੁ ਹੀਰੇ ਨੇ, ਇੰਨੇ ਕੁ ਸੋਨੇ ਦੀਆਂ ਸ਼ਰਫੀਆਂ ਨੇ, ਇੰਨਾ ਕੁ ਧਨ ਹੈ, ਲਿਆ ਕੇ ਰੱਖਿਆ। ਮਹਾਰਾਜ ਇਹ ਬੰਨ੍ਹ ਲਈਏ ਪੋਟਲੀ ਵਿੱਚ, ਨਾਲ ਲੈ ਚੱਲਾਂਗੇ। ਪਾਤਸ਼ਾਹ ਕਹਿਣ ਲੱਗੇ ਨਹੀਂ, ਇਹ ਸਾਰੀਆਂ ਪੋਟਲੀਆਂ ਚੁੱਕ ਕੇ ਸਤਲੁਜ ਦਰਿਆ ਦੇ ਵਿੱਚ ਸੁੱਟ ਕੇ ਆਓ। ਫਿਰ ਹੈਰਾਨ ਹੋਏ ਮਹਾਰਾਜ ਸਾਹਿਬ ਜੀ, ਸਾਰਾ ਧਨ ਕੋਲੋਂ ਸੁੱਟ ਦਿਆਂਗੇ ਤੇ ਕੱਲ੍ਹ ਨੂੰ ਪ੍ਰਸ਼ਾਦਾ ਕਿਵੇਂ ਛਕਣਾ ਹੈ? ਤੇ ਪਾਤਸ਼ਾਹ ਤੇ ਜਾਣਦੇ ਵੀ ਗੁਰਮੁਖੋ ਕੱਲ੍ਹ ਦਾ ਤੇ ਦਿਨ ਹੀ ਨਹੀਂ ਮਿਲਣਾ ਹੈ, ਤੁਸੀਂ ਪ੍ਰਸ਼ਾਦੇ ਦੀ ਬਾਤ ਕਰਦੇ ਪਏ ਹੋ। ਪਰ ਇਹ ਸੋਨਾ ਚਾਂਦੀ ਜਵਾਹਰਾਤ, ਇਹ ਧਨ ਵਿਭੂਤੀ ਜਿਹੜੀ ਹੈ ਇਹ ਦੁਸ਼ਮਣ ਦੇ ਹੱਥ ਨਹੀਂ ਲੱਗਣੀ ਚਾਹੀਦੀ ਹੈ। ਐਸੀ ਮਾਰ ਮਾਰੋ ਕਿ ਆਪਣੀ ਖਾਧੀ ਹੋਈ ਕਸਮ ਤੇ ਉਹਨਾਂ ਨੇ ਹਾਰਨੀ ਹੈ। ਇਸ ਜੰਗ ਦੇ ਵਿੱਚੋਂ ਵੀ ਇਹ ਨਾ ਕਹਿਣ ਵੀ ਅਸੀਂ ਜਿੱਤ ਕੇ ਬਹੁਤ ਕੁਝ ਲੁੱਟਿਆ ਹੈ। ਇਹ ਜੰਗ ਜਿੱਤੀ ਨਹੀਂ ਹੈ, ਹਾਰੀ ਹੈ, ਅਤੇ ਘਾਟਾ ਇੰਨਾ ਪਵੇ ਵੀ ਕਈ ਸਾਲ ਤੱਕ ਇਹਨਾਂ ਨੂੰ ਪਛਤਾਉਣਾ ਪਵੇ। ਇਹ ਭਰਪਾਈ ਕਰਨ ਵਾਸਤੇ ਪਾਤਸ਼ਾਹ ਜੀ ਨੇ ਜਿੰਨਾ ਸੋਨਾ ਚਾਂਦੀ ਖਜ਼ਾਨੇ ਵਿੱਚ ਹੈ ਸਾਰਾ ਕਢਵਾ ਕੇ ਸਤਲੁਜ ਦਰਿਆ ਵਿੱਚ ਪਵਾ ਦਿੱਤਾ ਹੈ। ਬਾਸਨ ਕੰਚਨ ਰਜ਼ਕ ਕੇ ਪੀਤਰ। ਇਹਨੇ ਚਿਰ ਨੂੰ ਮਹਾਰਾਜ ਜੀਆਂ ਦੇ ਕੋਲ ਸੋਨੇ ਦੇ ਭਾਂਡੇ ਸੰਗਤਾਂ ਵੱਲੋਂ ਭੇਟ ਹੁੰਦੇ ਨਾ, ਮਹਾਰਾਜ ਆ ਥਾਲ ਮੇਰੇ ਵੱਲੋਂ ਸੋਨੇ ਦਾ, ਆ ਕਟੋਰੀਆਂ, ਆ ਗਲਾਸ ਸੋਨੇ ਦੇ ਭਾਂਡੇ, ਇਸੇ ਤਰ੍ਹਾਂ ਪਿੱਤਲ ਦੇ ਭਾਂਡੇ, ਇਸੇ ਤਰ੍ਹਾਂ ਤਾਂਬੇ ਦੇ ਭਾਂਡੇ, ਜਿਹੜੇ ਬਰਤਨ ਸਾਨੂੰ ਉਹਨਾਂ ਸਮਿਆਂ ਵਿੱਚ ਲੰਗਰ ਬਣਾਉਣ ਵਾਲੇ, ਵਰਤਾਉਣ ਵਾਲੇ, ਉਹ ਸਭ ਕੁਝ ਲੰਗਰ ਦੇ ਵਿੱਚੋਂ ਵੀ ਪਿੱਤਲ ਦੇ ਭਾਂਡੇ, ਤਾਂਬੇ ਦੇ ਉਹ ਵੀ ਮੰਗਵਾਏ ਗਏ। ਜਿਹੜੇ ਖਜ਼ਾਨੇ ਦੇ ਵਿੱਚ ਸੋਨੇ ਦੇ ਭਾਂਡੇ ਸਨ ਮਹਾਰਾਜ ਦੇ ਪ੍ਰਸ਼ਾਦ ਛਕਣ ਵਾਸਤੇ ਜਾਂ ਹੋਰ ਸੰਗਤਾਂ ਵੱਲੋਂ ਭੇਟ ਕੀਤੇ ਗਏ, ਉਹ ਵੀ ਮਹਾਰਾਜ ਨੇ ਆਪਣੇ ਕੋਲ ਮੰਗਵਾਏ ਹਨ। ਡਾਰ ਦੀਏ ਸਭ ਜਲ ਕੇ ਭੀਤਰ। ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਨਾਲ ਲੈ ਚੱਲੀਏ, ਪ੍ਰਸ਼ਾਦਾ ਪਾਣੀ ਤਿਆਰ ਕਰਾਂਗੇ। ਮਹਾਰਾਜ ਕਹਿਣ ਲੱਗੇ ਨਹੀਂ ਉਹ ਭੁੱਲਿਓ, ਪ੍ਰਸ਼ਾਦਾ ਪਾਣੀ ਤੇ ਹੁਣ ਪ੍ਰਮਾਤਮਾ ਦੇ ਵੱਲੋਂ ਅੰਨ ਦਾ ਬੋਲ ਤੇ ਖਤਮ ਹੋ ਹੀ ਗਿਆ ਹੈ। ਹੁਣ ਛਕਣ ਛਕਾਉਣ ਦਾ ਸਮਾਂ ਲੰਘ ਗਿਆ ਹੈ। ਇਹ ਬਰਤਨ ਵੀ ਜਿਹੜੇ ਸਤਲੁਜ ਦਰਿਆ ਦੇ ਵਿੱਚ ਹੀ ਸੁਟਾ ਦਿਓ, ਉਹਦੀ ਭੇਟ ਹੀ ਕਰ ਦਿਓ। ਸਾਡਾ ਖਜ਼ਾਨਾ ਹੈ ਇਹ ਉਹਦੇ ਵਿੱਚ ਜਮ੍ਹਾਂ ਹੋ ਜਾਣਗੇ। ਪਾਤਸ਼ਾਹ ਜਾਣਦੇ ਨਾ ਆਉਣ ਵਾਲੇ ਸਮੇਂ ਨੂੰ ਵੀ ਇਹ ਜਿਹੜੇ ਸਾਡੇ ਨਾਲ ਹੁਣ ਕਿਲਾ ਛੱਡ ਕੇ ਤੁਰਨ ਲੱਗੇ, ਪ੍ਰਮਾਤਮਾ ਦੇ ਘਰ ਤੋਂ ਇਹਨਾਂ ਦਾ ਅੰਨ ਪਾਣੀ ਹੁਣ ਮੁੱਕਿਆ ਹੈ, ਨਹੀਂ ਇਹਨਾਂ ਨੂੰ ਹੁਣ ਅੰਨ ਪਾਣੀ ਨਸੀਬ ਹੋਣਾ ਹੈ। ਇਸ ਤਰ੍ਹਾਂ ਹੁਕਮ ਕਰਕੇ ਪਾਤਸ਼ਾਹ ਜੀ ਨੇ ਉਹ ਬਰਤਨ ਵੀ ਜਿਹੜੇ ਵੱਡੇ ਛੋਟੇ ਮਹਿੰਗੇ ਸਸਤੇ ਸਾਰੇ ਦਰਿਆ ਵਿੱਚ ਪਵਾ ਦਿੱਤੇ ਹਨ। ਕਿਤਕ ਵਸਤ ਗਾਡੀ ਵਿੱਚ ਧਰਨੀ। ਉਸ ਵੇਲੇ ਕੁਝ ਕੁ ਵਸਤੂਆਂ ਜਿਹੜੀਆਂ ਸਨ ਉਹ ਗੱਡਿਆਂ ਦੇ ਉੱਪਰ ਲੱਦ ਲਈਆਂ ਸਿੱਖਾਂ ਨੇ, ਵੀ ਇਹਨਾਂ ਨੇ ਵਾਅਦਾ ਕੀਤਾ ਮੁਗਲਾਂ ਨੇ, ਪਹਾੜੀਆਂ ਨੇ ਹਮਲਾ ਤੇ ਇਹਨਾਂ ਨੇ ਕਰਨਾ ਨਹੀਂ ਹੈ। ਜਿਵੇਂ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਆ, ਬੜੇ ਬੈਗ ਤਿਆਰ ਕਰਕੇ ਲੈ ਕੇ ਜਾਈਦਾ ਵੀ ਉੱਥੇ ਜਾ ਕੇ ਇਸ ਤਰ੍ਹਾਂ ਰਹਿਣਾ ਹੈ। ਸਿੱਖਾਂ ਦੇ ਮਨ ਵਿੱਚ ਇਹੋ ਹੀ ਹੈ ਵੀ ਸਮਾਨ ਨਾਲ ਲੈ ਕੇ ਚੱਲੀਏ,
ਥੋੜੀ ਦੂਰ ਜਾ ਕੇ ਡੇਰਾ ਕਰਾਂਗੇ। ਪਰ ਪਾਤਸ਼ਾਹ ਜਾਣਦੇ ਨੇ ਵੀ ਇਹ ਸਮਾਨ ਕੁਝ ਨਾਲ ਨਹੀਂ ਲੈ ਕੇ ਜਾਣਾ ਹੈ, ਜਿੰਨਾ ਸਮਾਨ ਗੱਡਿਆਂ ਵਿੱਚ ਰੱਖਿਆ ਹੈ। ਵਹਿਰ ਨ ਰਾਖੀ ਕਛ ਅਰ ਹਰਨੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਸਮਾਨ ਗੱਡਿਆਂ ਤੋਂ ਉਤਾਰ ਕੇ ਨਾ ਧਰਤੀ ਦੇ ਵਿੱਚ ਗੱਡ ਦਿਓ, ਟੋਏ ਪਟਵਾ ਕੇ ਨਾ ਜ਼ਮੀਨ ਦੇ ਵਿੱਚ। ਜਿਹੜਾ ਸਮਾਨ ਜ਼ਮੀਨ ਵਿੱਚ ਰੱਖਿਆ ਜਾਣ ਵਾਲਾ, ਧਰਤੀ ਵਿੱਚ ਰੱਖਿਆ ਜਾਣ ਵਾਲਾ, ਵੱਡੇ ਵੱਡੇ ਟੋਏ ਮਰਵਾ ਕੇ ਸਿੰਘਾਂ ਦੇ ਕੋਲੋਂ ਪਟਾ ਕੇ ਉਹਨਾਂ ਟੋਇਆਂ ਦੇ ਵਿੱਚ ਕੋਈ ਸਮਾਨ ਦੱਬ ਦਿੱਤਾ, ਉੱਪਰ ਮਿੱਟੀ ਪਾ ਦਿੱਤੀ ਹੈ। ਸੋ ਇਸ ਤਰੀਕੇ ਦੇ ਨਾਲ ਕੋਈ ਵੀ ਵਸਤੂ ਜਿਹੜੀ ਹੈ ਮਹਾਰਾਜ ਨੇ ਬਾਹਰ ਨਹੀਂ ਰਹਿਣ ਦਿੱਤੀ ਵੀ ਦੁਸ਼ਮਣ ਨਾ ਲੁੱਟੇ। ਜਾਂ ਸਤਲੁਜ ਦਰਿਆ ਵਿੱਚ ਪਵਾਈਆਂ, ਜਾਂ ਫਿਰ ਮਹਾਰਾਜ ਨੇ ਮਿੱਟੀ ਦੇ ਵਿੱਚ ਥੱਲੇ ਦਫਨਾ ਦਿੱਤੀਆਂ ਹਨ। ਅਗਨ ਕੇ ਜਲ ਕੇ ਧਰਨ ਗੜਾਈ। ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ, ਮਹਾਰਾਜ ਨੇ ਆਪਣਾ ਸਮਾਨ 3 ਤਰੀਕੇ ਨਾਲ ਨਸ਼ਟ ਕੀਤਾ। ਜਾਂ ਤੇ ਸਮਾਨ ਨੂੰ ਅੱਗ ਲਵਾ ਦਿੱਤੀ, ਜਿਹੜਾ ਸੜ ਜਾਣ ਵਾਲਾ ਸੀ ਨਾ ਉਹਨੂੰ ਕਹਿ ਦਿੱਤਾ ਵੀ ਢੇਰ ਰੱਖ ਕੇ ਤੇ ਅੱਗ ਲਾ ਕੇ ਸਾੜ ਦਿਓ। ਕੁਝ ਸਮਾਨ ਸੀ ਜਿਹੜਾ ਸੜ ਨਹੀਂ ਸਕਦਾ, ਉਹਨੂੰ ਸਤਲੁਜ ਦਰਿਆ ਵਿੱਚ ਪਵਾ ਦਿੱਤਾ। ਕਹਿਣ ਲੱਗੇ ਪਾਣੀ ਵਿੱਚ ਰੋੜ ਦਿਓ ਭਾਈ, ਬਚੇ ਕੱਖ ਨਾ। ਤੇ ਜਿਹੜਾ ਪਾਣੀ ਵਿੱਚ ਨਹੀਂ ਰੋੜਿਆ ਜਾ ਸਕਦਾ, ਕਹਿਣ ਲੱਗੇ ਧਰਤੀ ਵਿੱਚ ਟੋਇਆ ਪੱਟ ਕੇ ਤੇ ਉਹ ਸਮਾਨ ਧਰਤੀ 'ਚ ਸੁੱਟ ਦਿਓ, ਉੱਪਰੋਂ ਮਿੱਟੀ ਪਾ ਦਿਓ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮਾਨ ਮਹਾਰਾਜ ਨੇ ਅਨੰਦਪੁਰ ਸਾਹਿਬ ਆਪਣੇ ਘਰ ਵਿੱਚ ਕਿਲੇ ਵਿੱਚ ਰਹਿਣ ਨਹੀਂ ਦਿੱਤਾ। ਦੁਸ਼ਮਣ ਦੇ ਹੱਥ ਕੁਝ ਲੱਗਣਾ ਨਹੀਂ ਚਾਹੀਦਾ ਹੈ। ਸੋ ਸਭ ਦਫ਼ਤਰ ਪਰ ਲਿਖਵਾਈ। ਸਤਿਗੁਰਾਂ ਨੇ ਸਾਰੀਆਂ ਵਸਤੂਆਂ ਜਿਹੜੀਆਂ ਲਿਖਵਾ ਲਈਆਂ ਕਾਗਜ਼ ਦੇ ਉੱਪਰ। ਲਿਖ ਲਓ ਭਾਈ, ਕਾਗਜ਼ਾਂ ਦੇ ਉੱਪਰ ਲੇਖੇ ਵਿੱਚ ਲਿਖ ਲਓ ਕਿੰਨਾ ਸਮਾਨ ਦਰਿਆ ਵਿੱਚ ਸੁੱਟਿਆ, ਕਿੰਨਾ ਸਾੜਿਆ, ਕਿੰਨਾ ਮਿੱਟੀ ਵਿੱਚ ਦੱਬਿਆ ਹੈ। ਸਭ ਕੁਝ ਲੇਖੇ ਵਿੱਚ ਲਿਖਿਆ ਹੈ। ਤਿਨਕੇ ਨਾਮ ਲਿਖੀ ਸਭ ਵਸਤੂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਹਨਾਂ ਨੂੰ ਦਿੱਤੀਆਂ ਹੋਈਆਂ ਵਸਤੂਆਂ ਉਹਨਾਂ ਦੇ ਖਾਤੇ ਵਿੱਚ ਲਿਖ ਦਿੱਤੀਆਂ। ਜਿੰਨਾ ਸਮਾਨ ਪਾਣੀ ਵਿੱਚ ਪਵਾਇਆ ਉਹ ਲਿਖ ਦਿੱਤਾ ਵੀ ਇਹ ਸਾਰਾ ਸਮਾਨ ਜਲ ਦੇ ਖਾਤੇ ਵਿੱਚ ਹੈ। ਜਿਹੜਾ ਅੱਗ ਦੇ ਵਿੱਚ ਸਟਾਇਆ ਉਹ ਲਿਖ ਦਿੱਤਾ ਵੀ ਇੰਨਾ ਸਮਾਨ ਅੱਗ ਦੇ ਖਾਤੇ ਵਿੱਚ ਪੈ ਗਿਆ ਹੈ। ਜਿੰਨਾ ਧਰਤੀ ਵਿੱਚ ਸੁੱਟਿਆ ਗਿਆ ਉਹ ਲਿਖ ਦਿੱਤਾ ਵੀ ਇੰਨਾ ਸਮਾਨ ਧਰਤੀ ਦੇ ਖਾਤੇ ਵਿੱਚ ਹੈ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਸਾਰਿਆਂ ਦੇ ਖਾਤੇ ਦੀ ਸਨਦ ਕਰਵਾ ਕੇ ਸਾਰਾ ਕੁਝ ਹੀ ਆਪਣਾ ਜਿਹੜਾ ਸਮੇਟ ਦਿੱਤਾ। ਔਰ ਇਹ ਮਹਾਰਾਜ ਸਾਹਿਬ ਜੀਆਂ ਦੇ ਖਜ਼ਾਨੇ ਪਾਤਸ਼ਾਹ ਦੇ ਹੁਕਮ ਦੇ ਨਾਲ ਉਸ ਵੇਲੇ ਇਹਨਾਂ ਥਾਵਾਂ ਤੇ ਸਾਂਭੇ ਗਏ ਹਨ। ਥਾਨ ਥਾਨ ਪ੍ਰਤ ਸੌਂਪ ਸਮਸਤੂ। ਸਤਿਗੁਰੂ ਪਾਤਸ਼ਾਹ ਜੀਆਂ ਨੇ ਥਾਵਾਂ ਥਾਵਾਂ ਤੇ ਸਾਰੀਆਂ ਵਸਤੂਆਂ ਹੀ ਸੌਂਪ ਦਿੱਤੀਆਂ, ਕੁਝ ਨਹੀਂ ਰੱਖਿਆ ਆਪਣੇ ਕੋਲ। ਨਾ ਕੋਈ ਅੰਨ ਦੀ ਵਸਤੂ ਛਕਣ ਵਾਲੀ, ਨਾ ਕੋਈ ਗਲ ਵਿੱਚ ਪਹਿਨ ਵਾਲਾ ਵਸਤਰ। ਵਸਤਰ ਵੀ ਉਹਨੇ ਨੇ ਜਿੰਨੇ ਗਲ ਵਿੱਚ ਪਾਏ ਨੇ, ਵਾਧੂ ਵਸਤਰ ਵੀ ਨਾਲ ਨਹੀਂ ਲਿਆ ਹੈ। ਸ਼ਸਤਰ ਵੀ ਉਹਨੇ ਨੇ ਜਿੰਨੇ ਗਲ ਵਿੱਚ ਪਾਏ ਨੇ, ਵਾਧੂ ਸ਼ਸਤਰ ਵੀ ਕੋਈ ਨਹੀਂ ਹੈ। ਜਿੰਨੇ ਕੋਈ ਬੰਦਾ ਚੁੱਕ ਸਕੇ, ਜਿੰਨੇ ਲੜਨ ਵਿੱਚ ਵਰਤੇ ਜਾ ਸਕਣ ਉਹਨੇ ਹੀ ਸ਼ਸਤਰ ਚੁੱਕੇ ਨਾਲ। ਖਾਣ ਪੀਣ ਵਾਲੀਆਂ ਵਸਤੂਆਂ ਨਾਲ ਨਹੀਂ ਲਈਆਂ ਹਨ, ਧਨ ਨਹੀਂ ਕੋਈ ਨਾਲ ਲਿਆ, ਕੇਵਲ ਸ਼ਸਤਰ ਹੀ ਨਾਲ ਲੈ, ਕਿਉਂਕਿ ਜੰਗ ਮੈਦਾਨ ਦੇ ਵਿੱਚ ਕੇਵਲ ਸ਼ਸਤਰ ਕੰਮ ਆਉਣਗੇ। ਇਸ ਤਰ੍ਹਾਂ ਪਾਤਸ਼ਾਹ ਲੈ ਕੇ ਚੱਲੇ ਹਨ। ਭੀਸ਼ਣ ਸ਼ਸਤਰ ਸਕਲ ਕਢਵਾਏ। ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਖਜ਼ਾਨਚੀ ਨੂੰ ਆਖਿਆ, ਜਿਹੜਾ ਕੋਸ਼ ਦਾ ਮਾਲਕ ਹੈ ਨਾ ਖਜ਼ਾਨੇ ਦਾ, ਕਹਿੰਦੇ ਲਿਆਓ ਭਾਈ ਹੁਣ ਸ਼ਸਤਰ ਕੱਢ ਕੇ ਲਿਆਓ। ਜਿੰਨੇ ਤਿੱਖੇ ਸ਼ਸਤਰ ਸਨ, ਬਰਸ਼ੇ, ਬਰਸ਼ੀਆਂ, ਤਲਵਾਰਾਂ, ਨੇਜੇ, ਭਾਲੇ, ਢਾਲਾਂ, ਬੰਦੂਕਾਂ, ਪਿਸਟਲ, ਜੋ ਵੀ ਹੈ ਸਾਰਾ ਕੁਝ ਆਪਣੇ ਖਜ਼ਾਨੇ ਵਿੱਚੋਂ ਪਾਤਸ਼ਾਹ ਨੇ ਉਹ ਸ਼ਸਤਰ ਬਾਹਰ ਕਢਵਾਏ ਹਨ। ਸਿੰਘਨ ਕੇ ਅੰਗਨ ਲਗਵਾਏ। ਜਦੋਂ ਸ਼ਸਤਰ ਲਿਆ ਕੇ ਸਾਹਮਣੇ ਰੱਖ ਦਿੱਤੇ ਨਾ, ਮਹਾਰਾਜ ਨੇ ਹੁਕਮ ਕੀਤਾ, ਕਹਿਣ ਲੱਗੇ ਖਾਲਸਾ ਜੀ ਜਿੰਨੇ ਸ਼ਸਤਰ ਆਪਣੇ ਸਰੀਰ ਤੇ ਸਜਾ ਸਕਦੇ ਹੋ ਸਜਾ ਲਓ। ਜਿਹੜਾ ਸ਼ਸਤਰ ਤੁਸੀਂ ਚਲਾ ਸਕਦੇ ਹੋ ਨਾ ਜੰਗ ਮੈਦਾਨ ਦੇ ਵਿੱਚ, ਉਹ ਸ਼ਸਤਰ ਚੁੱਕ ਕੇ ਆਪੋ ਆਪਣੀ ਨਿਗਰਾਨੀ ਵਿੱਚ ਰੱਖ ਲਓ, ਆਪਣੇ ਸਰੀਰਾਂ ਤੇ ਸਜਾ ਲਓ। ਕੋਈ ਇੱਕ ਤਲਵਾਰ ਪਾ ਸਕਦਾ, ਜੇ ਕੋਈ ਦੋ ਪਾ ਸਕਦਾ, ਕਟਾਰ ਰੱਖਣੀ ਹੈ, ਕਿਸੇ ਨੇ ਬਰਸ਼ਾ ਫੜਨਾ, ਕਿਸੇ ਨੇ ਬੰਦੂਕ ਫੜਨੀ ਹੈ। ਜਿੰਨੇ ਸ਼ਸਤਰ ਤੁਸੀਂ ਅੰਗਾਂ ਤੇ ਸਜਾ ਸਕਦੇ ਹੋ, ਜਿੰਨਾ ਗੋਲੀ ਬਰੂਦ ਲੈ ਸਕਦੇ ਹੋ, ਇਹ ਨਾਲ ਲੈ ਲਓ ਭਾਈ। ਮਹਾਰਾਜ ਇਹ ਕਾਹਦੇ ਵਾਸਤੇ? ਪਾਤਸ਼ਾਹ ਕਹਿੰਦੇ ਇਹੋ ਹੀ ਕੰਮ ਆਉਣਾ, ਹੁਣ ਇਹਦੇ ਬਿਨਾ ਹੋਰ ਹੁਣ ਕੁਝ ਕੰਮ ਨਹੀਂ ਆਉਣਾ ਹੈ। ਸੋ ਇਹ ਸਾਰੇ ਸ਼ਸਤਰ ਜਿੰਨੇ ਕਢਵਾਏ ਖਜ਼ਾਨੇ ਵਿੱਚੋਂ ਮਹਾਰਾਜ ਨੇ ਸਿੰਘਾਂ ਨੂੰ ਵੰਡ ਦਿੱਤੇ, ਲੈ ਲਓ ਭਾਈ ਜਿਹਨੂੰ ਜੋ ਚਾਹੀਦਾ ਹੈ। ਹੁਣ ਸ਼੍ਰੀ ਮੁਖ ਸਭ ਕੋ ਫਰਮਾਏ। ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਸਿੰਘਾਂ ਨੇ ਜਿਹੜੇ ਜਿਹੜੇ ਸ਼ਸਤਰ ਸਜਾ ਸਕਦੇ, ਚਲਾ ਸਕਦੇ, ਉਹ ਸਜਾ ਲਏ। ਜਦੋਂ ਵੇਖਿਆ ਵੀ ਹੁਣ ਸਭ ਕੁਝ ਸਮੇਟ ਦਿੱਤਾ ਹੈ, ਫਿਰ ਮਹਾਰਾਜ ਨੇ ਸਾਰਿਆਂ ਨੂੰ ਇਕੱਠੇ ਕਰਕੇ ਹੁਕਮ ਦਿੱਤਾ। ਕਹਿਣ ਲੱਗੇ ਖਾਲਸਾ ਜੀ ਹੁਣ ਸਾਡੇ ਸਾਰੇ ਜਾਣੇ ਹੁਕਮ ਸੁਣਨਾ ਕਰੋ, ਸਾਡਾ ਬਚਨ ਸੁਣੋ, ਅਸੀਂ ਤੁਹਾਨੂੰ ਸਿੱਖਿਆ ਦਿੰਦੇ ਹਾਂ। ਨਿਕਸੋ ਰਾਤ ਮਹਾ ਤਮਸ਼ਾ। ਅੱਜ ਰਾਤ ਨੂੰ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਛੱਡਣਾ ਹੈ। ਅੱਜ ਰਾਤ ਨੂੰ ਜਦੋਂ ਹਨੇਰਾ ਹੋਵੇਗਾ ਨਾ, ਅੱਜ ਹਨੇਰੀ ਰਾਤ ਹੈ, ਤੇ ਅੱਜ ਹਨੇਰੀ ਰਾਤ ਨੂੰ ਆਪਾਂ ਇਹ ਕਿਲਾ ਛੱਡਣਾ ਹੈ। ਇਤਿਹਾਸਕਾਰਾਂ ਦੀ ਵਿਚਾਰ ਇਹ ਹੈ
ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਹੈ, ਬਹੁਤ ਭਾਰੀ ਠੰਡੀ ਰਾਤ ਹੈ, ਠੰਡ ਦੀ ਰਾਤ, ਦਸੰਬਰ ਦਾ ਮਹੀਨਾ ਚੱਲਦਾ ਪਿਆ, ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਪਿਆ ਤੇ ਠੰਡੀ ਹਵਾ ਜਿਹੜੀ ਸਰੀਰਾਂ ਨੂੰ ਠਾਰਨ ਵਾਲੀ ਹੈ ਉਹ ਚੱਲਦੀ ਪਈ ਹੈ। ਦਸਮ ਪਿਤਾ ਪਾਤਸ਼ਾਹ ਨੇ ਜਿਸ ਵੇਲੇ ਆਪਣਾ ਘਰ ਛੱਡਿਆ ਨਾ ਗੁਰਮੁਖੋ, ਉਸ ਵੇਲੇ ਐਸਾ ਸਮੇਂ ਦਾ ਹਾਲਾਤ ਬਣਿਆ ਹੈ, ਮੌਸਮ ਖਰਾਬ ਹੋਵੇ, ਮੀਂਹ ਪੈਂਦਾ ਹੋਵੇ, ਆਪਾਂ ਕਿਸੇ ਕੰਮ ਜਾਣਾ ਹੋਵੇ ਤਾਂ ਵੀ ਨਹੀਂ ਜਾਈਦਾ ਹੈ। ਮੌਸਮ ਠੀਕ ਹੋਵੇਗਾ, ਦਿਨ ਚੜ੍ਹੇ ਤੁਰਾਂਗੇ, ਪਰ ਅੱਜ ਪਾਤਸ਼ਾਹ ਕਿਲ੍ਹਾ ਛੱਡ ਕੇ ਤੁਰਨਗੇ, ਨਿੱਕੀ ਬੂੰਦੀ ਦਾ, ਨਿੱਕੀ ਨਿੱਕੀ ਕਣੀ ਦਾ ਮੀਂਹ, ਠੰਡੀ ਹਵਾ ਚੱਲਦੀ ਹੈ, ਕਾਲੀ ਬੋਲੀ ਰਾਤ ਹੈ, ਬਿਜਲੀ ਕੜਕਦੀ ਪਈ ਹੈ। ਐਸਾ ਜਿਹੜਾ ਹੈ ਸਮਾਂ ਬਣਿਆ। ਪਾਤਸ਼ਾਹ ਨੇ ਹੁਕਮ ਦਿੱਤਾ, ਕਹਿਣ ਲੱਗੇ ਗੁਰੂ ਕਿਉਂ ਸਿੱਖੋ, ਅੱਜ ਰਾਤ ਨੂੰ ਜਦੋਂ ਹਨੇਰਾ ਹੋ ਜਾਵੇਗਾ ਉਸ ਵੇਲੇ ਆਪਾਂ ਇਹ ਕਿਲ੍ਹਾ ਛੱਡਣਾ ਹੈ। ਔਰ ਹੋਤਲਾ ਪਹੁੰਚੋ ਦੂਰ। ਤੇ ਜਿੰਨੇ ਚਿਰ ਨੂੰ ਦਿਨ ਚੜ੍ਹਨਾ ਹੈ ਉਹਨੇ ਚਿਰ ਨੂੰ ਦੂਰ ਤੱਕ ਚਲੇ ਜਾਣਾ ਹੈ। ਸਰਸਾ ਨਦੀ ਦੇ ਵੱਲ ਇਸ਼ਾਰਾ ਮਹਾਰਾਜ ਜੀਆਂ ਦਾ ਕਿ ਜਿੰਨੇ ਚਿਰ ਨੂੰ ਇਹ ਰਾਤ ਬਤੀਤ ਹੋਣੀ ਹੈ ਨਾ, ਉਹਨੇ ਚਿਰ ਨੂੰ ਆਪਾਂ ਦੂਰ ਚਲੇ ਜਾਣਾ। ਗੁਰਮੁਖੋ ਜੰਗਲ ਦਾ ਰਸਤਾ ਹੈ ਤੇ ਕੋਈ ਰਸਤਾ ਵੀ ਚੰਗਾ ਨਹੀਂ ਹੈ, ਸੋ ਪੱਗ ਡੰਡੀਆਂ ਵਗੈਰਾ, ਜੰਗਲ ਦਾ ਰਸਤਾ, ਟੇਢੇ ਮੇਢੇ ਕੱਚੇ ਰਾਹ, ਮੀਂਹ ਪੈਂਦਾ ਪਿਆ ਹੈ, ਘੋੜਿਆਂ ਦਾ ਹੀ ਸਫ਼ਰ ਹੈ। ਤੇ ਅਨੰਦਪੁਰ ਸਾਹਿਬ ਤੋਂ ਚੱਲ ਕੇ ਸਰਸਾ ਤੱਕ ਪਹੁੰਚਣਾ, ਜੇ ਆਪਾਂ ਜਾਨਵਰਾਂ ਦੀ ਸਵਾਰੀ ਦਾ ਹਿਸਾਬ ਲਾਈਏ ਤੇ ਬੜਾ ਲੰਮਾ ਸਫ਼ਰ ਤੈਅ ਕਰ ਲਿਆ ਮਹਾਰਾਜ ਸਾਹਿਬ ਜੀਆਂ ਨੇ। ਅੱਜ ਤੇ ਆਪਣੇ ਕੋਲ ਗੱਡੀਆਂ ਸਾਧਨ ਨੇ, ਆਪਾਂ ਝੱਟ ਹੀ ਇੱਕ ਦੂਜੀ ਥਾਂ ਤੇ ਪਹੁੰਚ ਜਾਈਦਾ ਹੈ, ਪਰ ਮਹਾਰਾਜ ਸਾਹਿਬ ਜੀ ਦਾ ਇਸ਼ਾਰਾ ਜਿਹੜਾ ਹੈ ਨਾ, ਕਹਿਣ ਲੱਗੇ ਰਾਤ ਨੂੰ ਨਿਕਲਣਾ ਹੈ, ਸਵੇਰ ਤੱਕ ਦੂਰ ਚਲੇ ਜਾਣਾ, ਸਾਰੀ ਫੌਜ ਚੀਰ ਕੇ ਤੇ ਬਾਹਰ ਨਿਕਲ ਜਾਣਾ ਹੈ। ਕਿੱਥੋਂ ਤੱਕ ਪਹੁੰਚ ਜਾਣਾ ਹੈ? ਸਰਸਾ ਤੱਕ ਪਹੁੰਚਣਾ ਹੈ। ਭਾਵੇਂ ਕਿ ਮਹਾਰਾਜ ਜੀਆਂ ਨੇ ਬਚਨ ਸਿੱਧਾ ਤੌਰ ਤੇ ਨਹੀਂ ਖਾਲਸੇ ਨੂੰ ਦੱਸਿਆ ਹੈ ਵੀ ਕਿੱਧਰ ਨੂੰ ਪਹੁੰਚਣਾ ਕਿਵੇਂ ਹੈ, ਬਸ ਕੇਵਲ ਇਸ਼ਾਰਾ ਹੀ ਦਿੱਤਾ ਕਿ ਸਵੇਰ ਚੜ੍ਹਨ ਤੱਕ ਦੂਰ ਚਲੇ ਜਾਣਾ ਹੈ। ਸਾਵਧਾਨ ਹੋ ਜੋ ਮਨਸੂਰ। ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਸੂਰਮਿਓ, ਇਹਨਾਂ ਦੇ ਉੱਪਰ ਵਿਸ਼ਵਾਸ ਨਹੀਂ ਕਰਨਾ ਹੈ। ਅਸੀਂ ਤੁਹਾਨੂੰ ਵਾਰ-ਵਾਰ ਆਖਿਆ, ਪਰ ਤੁਸੀਂ ਫਿਰ ਵੀ ਬਚਨ ਮੰਨ ਕੇ ਤੁਰੇ ਹੋ। ਪਰ ਇੱਕ ਬਚਨ ਹੁਣ ਫਿਰ ਯਾਦ ਰੱਖਿਓ, ਜਿੰਨਾ ਚਿਰ ਸਫ਼ਰ ਕਰਨਾ ਹੈ ਅਵੇਸਲੇ ਨਹੀਂ ਹੋਣਾ ਹੈ, ਢਿੱਲੇ ਨਹੀਂ ਪੈਣਾ ਹੈ, ਲੱਕ ਨੂੰ ਕਮਰ ਕੱਸੇ ਲੱਗੇ ਰਹਿਣ, ਹੱਥ ਵਿੱਚ ਨੰਗੀਆਂ ਤਲਵਾਰਾਂ ਫੜੀਆਂ ਰਹਿਣ, ਸਾਵਧਾਨੀ, ਪੱਤਾ ਵੀ ਖੜਕੇ ਦੇ ਪਤਾ ਲੱਗੇ ਵੀ ਕੋਈ ਆਉਂਦਾ ਪਿਆ ਹੈ, ਇਸ ਤਰ੍ਹਾਂ ਸਾਵਧਾਨ ਹੋ ਕੇ ਚੱਲੋ, ਕਿਸੇ ਤਰ੍ਹਾਂ ਦਾ ਢਿੱਲਾ ਪਹਿਰਾ ਨਹੀਂ ਹੋਣਾ ਹੈ। 21 ਸੈ ਕੂਸਨ ਲਗ ਰਾਜੂ। ਗੁਰਮੁਖੋ, ਜਿਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਅੱਜ ਕਿਲ੍ਹਾ ਛੱਡਿਆ ਨਾ, ਕਹਿਣ ਲੱਗੇ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਲੜਨ ਵਾਸਤੇ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਉਹਦਾ 2100 ਕੋਹਾਂ ਤੱਕ ਰਾਜ ਹੈ, ਨਿੱਕਾ ਮੋਟਾ ਰਾਜਾ ਨਹੀਂ ਹੈ। 2100 ਕੋਹ ਜਿਹੜੇ ਨੇ ਉਹਦੇ 4 ਚਫੇਰੇ ਘੁੰਮਦੇ ਨੇ, ਐਡਾ ਵੱਡਾ, ਐਡੀ ਵੱਡੀ ਸਲਤਨਤ ਹੈ, ਐਡਾ ਵੱਡਾ ਬਾਦਸ਼ਾਹ ਕਿ ਜਿਹਦਾ ਇੰਨਾ ਵੱਡਾ ਰਾਜ ਹੈ, ਜਿਸ ਦੀਆਂ ਸਰਹੱਦਾਂ ਜਾ ਕੇ ਅਫਗਾਨ ਨੂੰ ਲੱਗਦੀਆਂ ਪਈਆਂ, ਬਰਮਾ ਭੂਟਾਨ ਤੱਕ ਜਿਸ ਦਾ ਰਾਜ ਫੈਲਿਆ ਹੋਇਆ ਹੈ, ਐਡਾ ਵੱਡਾ ਇਹ ਰਾਜਾ ਹੈ। 2100 ਕੋਹਾਂ ਤੱਕ ਆਪਣੀ ਧਰਤੀ ਨੂੰ ਆਪਣੇ ਹੁਕਮ ਵਿੱਚ ਰੱਖਣ ਵਾਲਾ ਉਹ ਔਰੰਗਜ਼ੇਬ ਬਾਦਸ਼ਾਹ ਹੈ, ਜਿਹਦੇ ਨਾਲ ਮਹਾਰਾਜ ਜੀ ਦਾ ਮੁਕਾਬਲਾ ਹੈ। ਅਪਰ ਕਹਾਂ ਲਗ ਗਿਨਹਿ ਸਮਝੂ। ਤੇ ਗੁਰਮੁਖੋ, ਹੋਰ ਕਿੱਥੋਂ ਤੱਕ ਗਿਣੀਏ, ਜਿਹਦੇ ਕੋਲ ਰਾਜ ਹੀ ਐਡਾ ਵੱਡਾ, ਸਲਤਨਤ ਐਡੀ ਵੱਡੀ ਹੈ, ਉਹਦਾ ਸਾਜੋ ਸਮਾਨ ਗਿਣਿਆ ਨਹੀਂ ਜਾ ਸਕਦਾ ਵੀ ਉਹਦੇ ਕੋਲ ਫੌਜ ਕਿੰਨੀ ਹੋਵੇਗੀ, ਉਹਦੇ ਕੋਲ ਹਾਥੀ ਘੋੜੇ ਕਿੰਨੇ ਹੋਣਗੇ, ਉਹਦੇ ਕੋਲ ਤੋਪਾਂ ਕਿੰਨੀਆਂ ਹੋਣਗੀਆਂ, ਬੰਦੂਕਾਂ ਕਿੰਨੀਆਂ ਹੋਣਗੀਆਂ, ਨਹੀਂ ਗਿਣੇ ਨਹੀਂ ਜਾ ਸਕਦੇ। ਬੜਾ ਵੱਡਾ ਸਾਜੋ ਸਮਾਨ ਹੈ। ਸੈਨ ਕੋਸ ਅਨਗਨ ਜਿਸ ਪਾਸੇ। ਜਿਸ ਦੇ ਕੋਲ ਪਤਾ ਨਹੀਂ ਕਿੰਨੇ ਕੁ ਖਜ਼ਾਨੇ ਨੇ, ਔਰੰਗਜ਼ੇਬ ਦੇ ਖਜ਼ਾਨਿਆਂ ਦਾ ਕੋਈ ਪਤਾ ਨਹੀਂ। ਔਰੰਗਜ਼ੇਬ ਬਾਦਸ਼ਾਹ ਦੇ ਕੋਲ ਫੌਜ ਕਿੰਨੀ ਕੁ ਹੈ, ਜਿਹੜਾ 10 ਲੱਖ ਫੌਜ ਅਨੰਦਪੁਰ ਸਾਹਿਬ ਨੂੰ ਘੇਰਨ ਵਾਸਤੇ ਬਿਠਾ ਸਕਦਾ ਹੈ, ਉਹਦੇ ਕੋਲ ਬਾਕੀ ਪਿੱਛੇ ਕਿੰਨੀ ਫੌਜ ਹੋਵੇਗੀ। ਔਰੰਗਜ਼ੇਬ ਦੀ ਫੌਜ ਦੀ ਗਿਣਤੀ ਕਰਨੀ ਨਾਮੁਮਕਿਨ ਹੈ, ਗਿਣੀ ਨਹੀਂ ਜਾ ਸਕਦੀ, ਇੰਨੀ ਵੱਡੀ ਫੌਜ ਦਾ ਮਾਲਕ ਹੈ। ਪਚ ਹਾਰਿਓ ਅਵਰੰਗ ਬਲ ਰਾਸੀ। ਗੁਰਮੁਖੋ, ਇੰਨੀ ਵੱਡੀ ਤਾਕਤ ਵਾਲਾ ਔਰੰਗਜ਼ੇਬ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਹਾਰਿਆ ਹੈ। ਇੰਨੀ ਵੱਡੀ ਫੌਜ ਹੋਵੇ, ਇੰਨੇ ਖਜ਼ਾਨੇ ਕੋਲ ਹੋਣ, ਇੰਨੇ ਸ਼ਸਤਰ ਕੋਲ ਹੋਣ, ਤੇ ਜੰਗ ਲੜ ਕੇ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਵਿੱਚੋਂ ਕੱਢ ਨਹੀਂ ਸਕਿਆ, ਲੜ ਕੇ ਨਹੀਂ ਕੱਢ ਸਕਿਆ। 7 ਮਹੀਨੇ ਦਾ ਘੇਰਾ ਪਾ ਕੇ ਬੈਠਾ ਰਿਹਾ। ਜਦੋਂ ਵੇਖਿਆ ਵੀ ਨਹੀਂ ਹੁਣ ਜ਼ੋਰ ਨਹੀਂ ਚੱਲਦਾ ਪਿਆ, ਫਿਰ ਕਸਮ ਖਾਣੀ ਪਈ, ਧਰਮ ਨੂੰ ਵਿੱਚ ਰੱਖਣਾ ਪਿਆ। ਤੇ ਧਰਮ ਦੀ ਸਹੁੰ ਉਹ ਖਾਂਦਾ ਹੈ ਜਿਹੜਾ ਵੇਖਦਾ ਵੀ ਮੇਰਾ ਪੱਲੜਾ ਹੁਣ ਹੌਲਾ ਹੈ, ਮੈਂ ਹੁਣ ਇਹ ਕੰਮ ਕਰ ਨਹੀਂ ਸਕਦਾ। ਕਮਜ਼ੋਰ ਵਿਅਕਤੀ ਜਿਹੜਾ ਉਹ ਧਰਮ ਦਾ ਆਸਰਾ ਲੈਂਦਾ ਹੈ, ਤਗੜਾ ਕਦੇ ਧਰਮ ਦਾ ਆਸਰਾ ਨਹੀਂ ਲੈਂਦਾ। ਕਿਤੇ ਲੜਾਈ ਝਗੜਾ ਹੋ ਜਾਵੇ ਤੇ ਫਿਰ ਜਿਹੜਾ ਕਮਜ਼ੋਰ ਹੁੰਦਾ ਉਹ ਕਹਿਣ ਲੱਗਾ ਵੀ ਮੈਂ
ਧਰਮ ਦੀ ਸਹੁੰ ਖਾਣ ਨੂੰ ਤਿਆਰ ਹਾਂ, ਤਾਂ ਕਿ ਮੈਂ ਕਮਜ਼ੋਰ ਹਾਂ। ਧਰਮ ਦਾ ਆਸਰਾ ਵਿਅਕਤੀ ਲੈ ਲੈਂਦਾ ਹੈ। ਗੁਰਮੁਖੋ ਔਰੰਗਜ਼ੇਬ ਦੇ ਕੋਲ ਰਾਜ ਵੀ ਬੜਾ ਵੱਡਾ, ਫੌਜ ਵੀ ਬੇਅੰਤ ਵੱਡੀ ਹੈ, ਸ਼ਸਤਰਾਂ ਦੀ ਕੋਈ ਕਮੀ ਨਹੀਂ, ਹਾਥੀ ਘੋੜਿਆਂ ਤੋਪਾਂ ਦੀ ਬੰਦੂਕਾਂ ਦੀ ਕਮੀ ਕੋਈ ਨਹੀਂ ਹੈ। ਪਰ ਉਹ ਔਰੰਗਜ਼ੇਬ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਜੰਗ ਕਰਕੇ ਨਹੀਂ ਅਨੰਦਪੁਰ ਸਾਹਿਬ ਦੇ ਵਿੱਚੋਂ ਕੱਢ ਸਕਿਆ। ਘੇਰਾ ਪਾ ਕੇ ਬੈਠਣਾ ਪਿਆ ਔਰ ਬਾਅਦ ਵਿੱਚ ਕਸਮਾਂ ਖਾਣੀਆਂ ਪਈਆਂ। ਜਿਵੇਂ ਆਪਾਂ ਤਰਲਾ ਨਹੀਂ ਕਰਦੇ ਕਿਸੇ ਦੇ ਅੱਗੇ, ਲਿਲੜੀਆਂ ਕੱਢਦੇ ਆ ਵੀ ਨਹੀਂ ਆਹ ਕੰਮ ਜ਼ਰੂਰ ਕਰੋ ਜੀ, ਸਾਡੀ ਇੱਜ਼ਤ ਹੀ ਨਹੀਂ ਰਹਿੰਦੀ ਹੈ। ਇਸ ਤਰ੍ਹਾਂ ਤਰਲੇ ਕੱਢ ਕੱਢ ਕੇ ਇੰਨੇ ਵੱਡੇ ਬਾਦਸ਼ਾਹ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਨੰਦਪੁਰ ਸਾਹਿਬ ਦੇ ਵਿੱਚੋਂ ਜਾਣ ਵਾਸਤੇ ਮਨਾਇਆ ਹੈ। ਆਨੰਦਪੁਰ ਕੇ ਹੇਤ ਛੁਡਾਵਨ, ਕਾਹਦੇ ਵਾਸਤੇ? ਆਨੰਦਪੁਰ ਸਾਹਿਬ ਨੂੰ ਛੁਡਾਉਣ ਵਾਸਤੇ। ਔਰ ਕੱਲਾ ਔਰੰਗਜ਼ੇਬ ਹੀ ਨਹੀਂ, ਔਰੰਗਜ਼ੇਬ ਤੋਂ ਬਿਨਾਂ ਕਿੰਨੇ ਰਾਜੇ ਸਨ, ਕਿੰਨੇ ਸੈਨਾਪਤੀ, ਕਿੰਨੇ ਸੂਬੇਦਾਰ, ਗਿਣਤੀ ਕੋਈ ਨਹੀਂ ਆਉਂਦੀ ਹੈ ਕਿ ਕਿੰਨੇ ਕੁ ਜਾਣੇ ਸਨ, ਜਿਹੜੇ ਸਾਰੇ ਤਰਲਾ ਹੀ ਕਰਦੇ ਪਏ। ਖਵਾਜਾ ਮਰਦੂਦ ਕਹਿੰਦਾ ਜਿੱਧਰ ਨੂੰ ਮੈਂ ਫੌਜ ਲੈ ਕੇ ਤੁਰਾਂ, ਮੈਂ ਵੱਡੀਆਂ ਵੱਡੀਆਂ ਜੰਗਾਂ ਜਿੱਤਦਾ। ਇੰਨੇ ਵੱਡੇ ਜਿਹੜੇ ਆਪਣੇ ਆਪ ਨੂੰ ਫੌਜ ਦੇ ਸੈਨਾਪਤੀ ਕਹਿੰਦੇ, ਉਹਨਾਂ ਨੂੰ ਵੀ ਚਿੱਠੀਆਂ ਲਿਖ ਕੇ ਇਹ ਗੱਲ ਕਹਿਣੀ ਪਈ, ਮਹਾਰਾਜ ਅਸੀਂ ਸਹੁੰ ਖਾਂਦੇ ਹਾਂ। ਤਰਲਾ ਕੱਢਣ ਵਾਲੀ ਗੱਲ ਹੈ ਵੀ ਅਨੰਦਪੁਰ ਸਾਹਿਬ ਛੱਡ ਕੇ ਚੱਲੋ, ਐਸੀ ਹਾਲਤ ਹੈ। ਸਭ ਗਿਰਪਤ ਕੋ ਦਲ ਚੜ੍ਹਿਆ। ਗੁਰਮੁਖੋ ਇਸੇ ਤਰ੍ਹਾਂ ਕੱਲਾ ਔਰੰਗਜ਼ੇਬ ਨਹੀਂ, ਪਹਾੜੀ ਰਾਜਿਆਂ ਦੀ ਸਾਰੀ ਫੌਜ 22 ਰਾਜੇ ਨੇ ਪਹਾੜਾਂ ਦੇ। ਰਾਜਾ ਤੇ ਇੱਕ ਹੀ ਨਹੀਂ ਮਾਣ ਹੁੰਦਾ, ਦੁਨੀਆ ਨੂੰ ਦੁੱਖ ਦੇ ਛੱਡਦਾ ਹੈ। ਇਹ 22 ਰਾਜੇ ਨੇ। 22 ਰਾਜਿਆਂ ਦੀ ਫੌਜ ਕਿੰਨੀ ਹੋਵੇਗੀ? ਇਹ 22 ਦੇ 22 ਰਾਜੇ ਵੈਰੀ ਬਣੇ ਮਹਾਰਾਜ ਜੀਆਂ ਦੇ ਨਾਲ। ਦੁਸ਼ਮਣ ਤੇ ਇੱਕ ਦੇ ਨਾਲ ਲੜਨਾ ਔਖਾ ਹੈ, ਇੱਧਰ 22 ਰਾਜੇ ਦੁਸ਼ਮਣ ਨੇ, ਪੂਰੀ ਮੁਗਲ ਫੌਜ ਦੁਸ਼ਮਣ ਹੈ। ਔਰੰਗਜ਼ੇਬ ਤੇ ਇਸੇ ਤਰ੍ਹਾਂ ਵਜ਼ੀਰ ਖਾਨ ਵਰਗੇ ਦੁਸ਼ਮਣ, ਚਾਰ ਸਫੇਰੇ ਦੁਸ਼ਮਣ ਹੀ ਦੁਸ਼ਮਣ ਹਨ। ਪਰ ਸਾਰੇ ਜਾਣੇ ਜ਼ੋਰ ਲਾ ਕੇ ਹਾਰ ਗਏ, ਹਮਲਾ ਕਰ ਕਰਕੇ ਥੱਕ ਗਏ, ਪਰ ਕਿਸੇ ਦਾ ਜ਼ੋਰ ਨਹੀਂ ਚੱਲਿਆ। ਅਖੀਰ ਤੇ ਸਾਰਿਆਂ ਨੂੰ ਇਹੋ ਹੀ ਕਹਿਣਾ ਪਿਆ, ਮਹਾਰਾਜ ਕਿਲ੍ਹਾ ਛੱਡੋ, ਸਾਡੀ ਇੱਜ਼ਤ ਤਾਂ ਰਹਿੰਦੀ ਹੈ, ਧਰਮ ਦੀ ਸਹੁੰ ਖਾਂਦਿਆਂ ਹਮਲਾ ਨਹੀਂ ਕਰਾਂਗੇ। ਐਸੀਆਂ ਮਿੰਨਤਾਂ ਕਰਕੇ ਤੇ ਫਿਰ ਕਿਲ੍ਹਾ ਛੁਡਵਾਇਆ। ਇੰਨਾ ਸਾਜੋ ਸਮਾਨ ਹੋਣ ਦੇ ਬਾਵਜੂਦ ਵੀ ਮਹਾਰਾਜ ਨਾਲ ਜੰਗ ਨਹੀਂ ਕਰ ਸਕੇ ਹਨ। ਮੂਰਖ ਲਾਏ ਬਲਹਾਰੇ। ਇਹ ਜਿਹੜੇ ਮੂਰਖ ਨੇ ਆਪਣਾ ਜ਼ੋਰ ਲਾ ਕੇ ਹਾਰ ਗਏ, ਥੱਕ ਗਏ, ਪਰ ਜ਼ੋਰ ਨਹੀਂ ਚੱਲਿਆ ਹੈ। ਗੁਰਮੁਖੋ ਕਦੇ ਹਾਥੀ ਲੈ ਆਂਦਾ ਸ਼ਰਾਬ ਪਿਆ ਕੇ, ਉਹਦੀ ਸੁੰਡ ਦੇ ਅੱਗੇ ਤਲਵਾਰ ਬੰਨ੍ਹ ਕੇ ਲੈ ਆਂਦੀ ਹੈ। ਕਦੇ ਮਹਾਰਾਜ ਸਾਹਿਬ ਜੀ ਉੱਚੇ ਟਿੱਬੇ ਤੇ ਬੈਠੇ ਹੋਏ ਤੇ ਵਜ਼ੀਰ ਖਾਨ ਕਹਿੰਦਾ ਛੇਤੀ ਤੋਪਾਂ ਲਿਆਓ ਊਠਾਂ ਦੇ ਉੱਪਰ ਲੱਦ ਕੇ। ਮਹਾਰਾਜ ਬਾਹਰ ਹੀ ਬੈਠੇ ਨੇ, ਗੋਲਾ ਚਲਾ ਕੇ ਮਾਰ ਦਈਏ। ਇੱਕ ਗੋਲਾ ਚਲਾਇਆ, ਦੋ ਗੋਲੇ ਚਲਾਏ, ਪਤਾ ਨਹੀਂ ਕਿੰਨੇ ਕੁ ਚਲਾਏ। ਸਿੱਖਾਂ ਨੇ ਉਸ ਵੇਲੇ ਆਖਿਆ ਵੀ ਮਹਾਰਾਜ ਉਹ ਦੇਖੋ ਸਾਹਮਣੇ ਵਜ਼ੀਰ ਖਾਨ ਤੋਪਾਂ ਲੈ ਕੇ ਆ ਗਿਆ, ਇਹ ਹੁਣ ਤੁਹਾਡੇ ਉੱਪਰ ਗੋਲਾ ਚਲਾਵੇਗਾ। ਮਹਾਰਾਜ ਉੱਠ ਕੇ ਪਾਸੇ ਹੋ ਜਾਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ, ਇਹ ਸਭ ਕੋਈ ਨਿਰੰਕਾਰ ਦੀ ਖੇਡ ਹੈ। ਗੁਰੂ ਕਿਉਂ ਸਿੱਖੋ, ਬੈਠੇ ਵੇਖੋ ਪ੍ਰਮਾਤਮਾ ਕੀ ਕਰਦਾ ਹੈ। ਜਿੰਨੇ ਗੋਲੇ ਚਲਾਏ ਵਜ਼ੀਰ ਖਾਨ ਨੇ, ਜ਼ਬਰਦਸਤ ਖਾਨ ਨੇ, ਕਦੇ ਗੋਲਾ ਸਿਰ ਤੋਂ ਲੰਘ ਜਾ ਕਰੇ ਤੇ ਅੱਗੇ ਜਾ ਕੇ ਆਪਣੀ ਫੌਜ ਤੇ ਹੀ ਵੱਜਿਆ ਕਰੇ, ਕਦੇ ਉਹ ਗੋਲਾ ਨੀਵਾਂ ਰਹਿ ਜਾਵੇ ਤੇ ਪਹਾੜ ਦੀ ਜਾ ਕੇ ਜੜ੍ਹ ਵਿੱਚ ਵੱਜਿਆ ਕਰੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਟਿੱਬੇ ਤੇ ਬੈਠੇ ਮਹਾਰਾਜ ਨੂੰ ਵੇਖ ਕੇ ਗੋਲੇ ਚਲਾਉਂਦੇ ਰਹੇ, ਇੱਕ ਵੀ ਗੋਲਾ ਲੱਗ ਨਾ ਸਕਿਆ। ਐਸਾ ਜ਼ੋਰ ਲਾ ਕੇ ਹਟ ਗਏ। ਇੱਕ ਵਾਰੀ ਮਹਾਰਾਜ ਉੱਚੇ ਟਿੱਬੇ ਤੇ ਬੈਠੇ ਹੋਏ, ਇੱਕ ਮੁਸਲਮਾਨ ਤੋਪਚੀ ਕਹਿੰਦਾ ਮੈਂ ਗੋਲਾ ਚਲਾਵਾਂਗਾ। ਮਹਾਰਾਜ ਪਲੰਘ ਤੇ ਬੈਠੇ ਆਪਣੇ ਕੇਸਾਂ ਵਿੱਚ ਕੰਘਾ ਕਰਦੇ ਪਏ, ਮੈਂ ਪਲੰਘੇ ਦੇ ਸਮੇਤ ਹੀ ਮਹਾਰਾਜ ਨੂੰ ਉਡਾ ਦਿਆਂਗਾ। ਤੋਪ ਦਾ ਗੋਲਾ ਚਲਾਇਆ, ਮਹਾਰਾਜ ਨੂੰ ਤੇ ਕੁਝ ਨਹੀਂ ਹੋਇਆ ਹੈ। ਪਾਤਸ਼ਾਹ ਨੇ ਵੇਖਿਆ, ਸਿੱਖਾਂ ਨੇ ਦੱਸਿਆ ਮਹਾਰਾਜ ਤੋਪਚੀ ਨੇ ਤੋਪ ਚਲਾਈ ਤੁਹਾਡੇ ਵੱਲ ਵੇਖ ਕੇ, ਬੜੀ ਦੂਰ ਬੈਠਾ ਹੋਇਆ। ਪਾਤਸ਼ਾਹ ਕਹਿੰਦੇ ਲਿਆਓ ਫਿਰ ਸਾਡਾ ਤੀਰ ਕਮਾਨ, ਇਹਦੇ ਗੋਲੇ ਨੇ ਤੇ ਸਾਡਾ ਕੁਝ ਨਹੀਂ ਵਿਗਾੜਿਆ ਹੈ, ਪਰ ਸਾਡਾ ਤੀਰ ਹੁਣ ਇਸ ਨੂੰ ਪੜ੍ਹਨੇ ਪਵੇਗਾ। ਉਸ ਵੇਲੇ ਤੀਰ ਰੱਖਿਆ ਕਮਾਨ ਦੇ ਵਿੱਚ, ਖਿੱਚ ਕੇ ਚਲਾਇਆ। ਜਿਹੜਾ 2.5-3 ਕੋਹ ਦੀ ਦੂਰੀ ਤੇ ਬੈਠਾ ਸੀ ਨਾ ਤੋਪ ਲੈ ਕੇ, ਉਹਦੇ ਮੱਥੇ ਵਿੱਚ ਤੀਰ ਮਾਰ ਕੇ ਤੇ ਉਹਨੂੰ ਸਦਾ ਵਾਸਤੇ ਸੰਸਾਰ ਤੋਂ ਛੁੱਟੀ ਕਰ ਦਿੱਤੀ। ਐਸੇ ਮਹਾਰਾਜ ਸਾਹਿਬ ਜੀ ਬਹਾਦਰ ਨੇ, ਇੱਕ ਵਾਰੀ ਨਹੀਂ ਕਈ ਵਾਰੀ ਘੇਰ ਕੇ ਜੰਗ ਕਰਦੇ। ਕਦੇ ਟਿੱਬਿਆਂ ਤੇ ਬੈਠਿਆਂ ਦੇ ਉੱਪਰ ਗੋਲੇ ਚਲਾਉਂਦੇ, ਕਦੇ ਝੂਠੀਆਂ ਕਸਮਾਂ ਖਾਂਦੇ, ਕਦੇ ਹਾਥੀ ਲੈ ਆਉਂਦੇ ਸ਼ਰਾਬ ਪਿਲਾ ਕੇ। ਮੂਰਖਾਂ ਨੇ ਜ਼ੋਰ ਤੇ ਬੜਾ ਲਾਇਆ, ਜ਼ੋਰ ਲਾ ਕੇ ਥੱਕ ਗਏ, ਹਾਰ ਗਏ, ਹੰਭ ਗਏ, ਪਰ ਗੁਰੂ ਪਾਤਸ਼ਾਹ ਦਾ ਵਿਗਾੜ ਕੁਝ ਨਹੀਂ ਸਕੇ। ਅੱਜ ਮਿੰਨਤ ਹੀ ਕਰਨੀ ਪਈ, ਤਰਲਾ ਹੀ ਕਰਨਾ ਪਿਆ।
ਪਾਤਸ਼ਾਹ ਨੂੰ ਕਿਲੇ ਵਿੱਚੋਂ ਬਾਹਰ ਕੱਢਣ ਵਾਸਤੇ। ਦੇਸ਼ ਵਿਦੇਸ਼ ਸੂਰਮਾ ਸਾਰੇ। ਸੋ ਕਹਿਣ ਲੱਗੇ ਦੇਸਾਂ ਤੇ ਵਿਦੇਸਾਂ ਦੇ ਵਿੱਚ ਜਿੰਨੇ ਵੀ ਸੂਰਮੇ ਨੇ, ਜਿਹੜੇ ਕਹਿੰਦੇ ਸਨ ਨਾ ਵੀ 5 ਜੰਗ ਜਿੱਤੇ, ਕੋਈ ਆਖਦਾ ਮੈਂ 10 ਜੰਗ ਜਿੱਤੇ, ਕੋਈ ਆਖਦਾ ਮੈਨੂੰ ਇੰਨੇ ਮੈਡਲ ਮਿਲੇ ਹੋਏ, ਕੋਈ ਆਖਦਾ ਮੈਨੂੰ ਇੰਨੀਆਂ ਤਰੱਕੀਆਂ ਮਿਲੀਆਂ, ਕੋਈ ਆਖਦਾ ਮੈਂ ਇੰਨੇ ਜੰਗ ਦੇ ਦਾਅ ਜਾਣਦਾ ਹਾਂ। ਸਾਰੇ ਦੇ ਸਾਰੇ ਜ਼ੋਰ ਲਾ ਲਾ ਕੇ ਥੱਕ ਗਏ, ਪਰ ਅੱਜ ਸਾਰਿਆਂ ਦੀਆਂ ਗੋਡੀਆਂ ਲੱਗ ਗਈਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅੱਗੇ। ਨਹੀਂ ਕਿਸੇ ਦਾ ਵਸ ਚੱਲਿਆ ਹੈ, ਨਹੀਂ ਕਿਸੇ ਦਾ ਜ਼ੋਰ ਚੱਲਿਆ। ਵੱਡੇ ਵੱਡੇ ਸੂਰਮਿਆਂ ਦੇ ਬਲ ਦਾ ਘਮੰਡ ਵੀ ਤੋੜਿਆ ਮਹਾਰਾਜ ਨੇ, ਹੰਕਾਰ ਤੋੜ ਕੇ ਨੀਵੇਂ ਕੀਤਾ। ਇਹਨਾਂ ਦੀਆਂ ਕਸਮਾਂ ਤੋਂ ਵੀ ਇਹਨਾਂ ਨੂੰ ਮਹਾਰਾਜ ਨੇ ਝੂਠੇ ਕਰਨਾ ਹੈ, ਐਸਾ ਜ਼ੋਰ ਲਾ ਕੇ ਹਟੇ ਖਾਨਾ। ਕਿਸ ਕੋ ਬਲ ਨਹਿ ਚਲਿਓ ਕਦਾਈ। ਪਰ ਗੁਰਮੁਖੋ ਕਿਸੇ ਦਾ ਵੀ ਕੋਈ ਜ਼ੋਰ ਮਹਾਰਾਜ ਦੇ ਅੱਗੇ ਚੱਲਿਆ ਨਹੀਂ। ਜ਼ੋਰ ਲਾ ਕੇ ਹਟ ਗਏ ਪਰ ਚੱਲਿਆ ਨਹੀਂ ਬਸ। ਇਹ ਮਹਾਰਾਜ ਸਾਹਿਬ ਜੀਆਂ ਦੀ ਮਹਿਮਾ ਹੈ। ਮਹਾਰਾਜ ਅੱਗੇ ਕੀ ਕੌਤਕ ਕਰਦੇ, ਉਹ ਇਤਿਹਾਸ ਆਪਾਂ ਕੱਲ੍ਹ ਨੂੰ ਫਿਰ ਸਰਵਣ ਕਰਾਂਗੇ। ਗੁਰਬਖਸ਼ ਨਾਮ ਦਾ ਇੱਕ ਸਾਧੂ ਮਹਾਰਾਜ ਦੇ ਕੋਲ ਆਇਆ। ਸਤਿਗੁਰੂ ਉਹਨੂੰ ਕੀ ਸੇਵਾ ਬਖਸ਼ਿਸ਼ ਕਰਕੇ, ਕਿਹੜੇ ਵਰ ਬਖਸ਼ਿਸ਼ ਕਰਨਗੇ, ਉਹ ਆਪਾਂ ਕੱਲ੍ਹ ਨੂੰ ਅੱਗੇ ਇਤਿਹਾਸ ਸਰਵਣ ਕਰਾਂਗੇ। ਲਿਖੈ ਕਤੈ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ